ਕੀ ਮੈਂ ਸੁਣ ਰਹੀ ਹਾਂ ਤੁਹਾਨੂੰ? ਹੈਲੋ। ਕੀ ਮੈਂ ਲਾਈਵ ਹੋ ਗਈ ਹਾਂ? ਪਲੀਜ਼ ਦੱਸਣਾ ਵਰਿੰਦਰ ਖੁਰਾਨਾ ਜੀ। ਕੀ ਆਪਾਂ ਇੱਕ ਦੂਸਰੇ ਨੂੰ ਦੇਖ ਪਾ ਰਹੇ ਹਾਂ? ਕੀ ਮੈਂ ਸ਼ੁਰੂ ਕਰ ਸਕਦੀ ਹਾਂ? ਹਾਂਜੀ, ਹੋ ਰਿਹਾ ਲਾਈਵ। ਠੀਕ ਹੈ, ਤੇ ਸ਼ੁਰੂ ਕਰ ਸਕਦੀ ਹਾਂ ਮੈਂ ਕਿ ਹਜੇ ਹੋਰ ਵੇਟ ਕਰਨਾ ਕਿਸੇ ਲਈ? ਨਹੀਂ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ। ਸੋ ਪਿਆਰੇ ਮੈਂਬਰਸ AISF ਪੰਜਾਬ, ਮੈਂ ਬਹੁਤ ਧੰਨਵਾਦੀ ਹਾਂ ਤੁਹਾਡੀ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ। ਅਤੇ ਮੇਰੇ ਉੱਤੇ ਛੱਡਿਆ ਗਿਆ ਸੀ ਕਿ ਮੈਂ ਕਿਸ ਚੀਜ਼ ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਅਤੇ ਕਿਉਂਕਿ ਮੈਂ ਅੱਜ ਕੱਲ੍ਹ ਇੱਕ ਕਿਤਾਬ ਪੜ੍ਹ ਰਹੀ ਸੀ, ਅਤੇ ਉਹ ਕਿਤਾਬ ਇਸ ਤਰ੍ਹਾਂ ਪੜ੍ਹਨ ਨੂੰ ਮਿਲੀ ਕਿ ਇੱਕ ਛੋਟਾ ਜਿਹਾ ਬੁੱਕ ਕਲੱਬ ਬਣਿਆ ਹੈ ਕੁਛ ਜਾਣਨ ਵਾਲੇ ਲੋਕਾਂ ਦਾ, ਅਤੇ ਉਹਨਾਂ ਨੇ ਕਿਹਾ ਕਿ ਆਪਾਂ ਬਲੈਕ ਲਾਈਵਜ਼ ਮੈਟਰ, ਜਿਹੜਾ ਅੱਜ ਕੱਲ੍ਹ ਇਹ ਗੱਲਬਾਤ ਚੱਲ ਰਹੀ ਹੈ ਰੇਸ ਦੇ ਉੱਤੇ ਅਮਰੀਕਾ 'ਚ, ਅਤੇ ਇਹਦੇ ਬਾਰੇ ਪੜ੍ਹੀਏ ਅਤੇ ਆਪਸ 'ਚ ਗੱਲਬਾਤ ਕਰੀਏ। ਸੋ ਇੱਕ ਕਿਤਾਬ ਕ੍ਰਿਟੀਕਲ ਰੇਸ ਥਿਊਰੀ, ਮੈਂ ਇਹਨਾਂ 3 ਕਿਤਾਬਾਂ ਉਹਨਾਂ ਨੇ ਦੱਸੀਆਂ, ਇਹਨਾਂ 'ਚੋਂ ਕੋਈ ਵੀ ਚੂਜ਼ ਕਰ ਲਓ, ਅਤੇ ਮੈਂ ਕੀਤੀ, ਜੋ ਕਿ ਜਿਹੜੇ ਲੋਕ ਵਕੀਲ ਨਹੀਂ ਹਨ ਉਹਨਾਂ ਲਈ ਇੱਕ ਪ੍ਰਾਈਮਰ ਹੈ, ਕਾਇਦਾ ਸਮਝ ਲਓ। ਸੋ ਕ੍ਰਿਟੀਕਲ ਰੇਸ ਥਿਊਰੀ ਇਸ ਕਿਤਾਬ ਦਾ ਨਾਂ ਹੈ, ਅਤੇ ਬੜੇ ਦਿਲਚਸਪ ਤਰੀਕੇ ਨਾਲ ਇਹ ਸਾਨੂੰ ਸਮਝਾਉਂਦੇ ਨੇ। ਸੋ ਬਾਏ ਰਿਚਰਡ ਡੈਲਗਾਡੋ ਅਤੇ ਜੀਨ ਸਟੈਫਾਨਿਕ, ਇਹਨਾਂ ਦੋਵਾਂ ਨੇ ਲਿਖੀ ਹੈ ਕਿਤਾਬ। ਕਿੱਥੋਂ ਇਹ ਸਮਾਂ ਆ ਗਿਆ ਕਿ ਜਾਰਜ ਫਲੋਇਡ ਵਰਗਾ ਇੱਕ ਨੌਜਵਾਨ ਜੋ ਹੈ ਉਹ ਇੱਕ ਚਿੱਟੇ ਸਿਪਾਹੀ, ਮਤਲਬ ਪੁਲਿਸ ਵਾਲੇ ਦੇ ਗੋਡੇ ਥੱਲੇ ਉਹਦਾ ਸਿਰ ਹੈ ਅਤੇ ਉਹਦੀ ਧੌਣ ਹੈ ਅਤੇ ਉਹਨੂੰ ਸਾਹ ਨਹੀਂ ਆ ਰਿਹਾ, ਹੀ ਕਾਂਟ ਬਰੀਥ, ਉਹ ਕਹਿ ਰਿਹਾ ਆਈ ਕਾਂਟ ਬਰੀਥ। ਅਤੇ ਇਹ ਲਫ਼ਜ਼ ਸਾਰੀ ਦੁਨੀਆ 'ਚ ਮਸ਼ਹੂਰ ਹੋ ਗਏ ਨੇ ਹੁਣ। ਅਤੇ ਇਹ ਹਾਲਾਤ ਕਿਸ ਤਰ੍ਹਾਂ ਬਣੇ, ਕੀ ਉੱਥੋਂ ਦੇ ਹਾਲਾਤ, ਅਤੇ ਕਿਸ ਤਰ੍ਹਾਂ ਅਸੀਂ ਉਹਨਾਂ ਨਾਲ ਕੁਛ ਰਿਲੇਟ ਕਰ ਸਕਦੇ ਹਾਂ ਆਪਣੇ ਇੱਥੇ ਭਾਰਤ ਵਿੱਚ, ਪੰਜਾਬ ਵਿੱਚ, ਸਾਡੇ ਲਈ ਕੀ ਹੈ ਇਹਦੇ ਵਿੱਚ ਅਤੇ ਕੀ ਹੈ ਜਾਣਨ ਲਈ। ਇਸ ਕਿਤਾਬ ਦੀ ਜੋ ਇੰਟਰੋਡਕਸ਼ਨ ਹੈ ਉਹਦੇ ਵਿੱਚ ਕੋਈ ਐਂਜਲਾ ਹੈਰਿਸ ਨੇ, ਜਿਹਦੇ ਨਾਮ ਤੋਂ ਮੈਨੂੰ ਕਮਲਾ ਹੈਰਿਸ ਯਾਦ ਆਈ ਕਿ ਉਹ ਇਸ ਵੇਲੇ ਇੱਕ ਟੌਪਿਕ ਹੈ ਕਿ ਉਹ ਖੜੇ ਹੋਏ ਨੇ, ਹੁਣ ਸਿਲੈਕਟ ਹੋਏ ਨੇ ਵੀ ਐਜ਼ ਕੈਂਡੀਡੇਟ। ਅਤੇ ਇਹ ਵੀ ਖਿਆਲ ਆ ਰਿਹਾ ਹੈ ਕਿਤਾਬ ਬਾਰੇ ਗੱਲ ਸ਼ੁਰੂ ਕਰਦਿਆਂ ਕਿ ਓਬਾਮਾ ਉੱਥੇ ਹੋ ਚੁੱਕੇ ਨੇ ਰਾਸ਼ਟਰਪਤੀ ਅਮਰੀਕਾ ਦੇ ਵਿੱਚ, ਜੋ ਕਿ ਬੜੀ ਹੈਰਾਨੀ ਦੀ ਗੱਲ ਸੀ। ਅਤੇ ਜਦੋਂ TV 'ਤੇ ਇਹ ਸਾਰੀ ਖਬਰ ਆ ਰਹੀ ਸੀ ਓਬਾਮਾ ਦੇ ਰਾਸ਼ਟਰਪਤੀ ਬਣਨ ਦੀ, ਅਤੇ ਆਸ-ਪਾਸ ਖੜੇ ਲੋਕ ਉਹਦਾ ਰੰਗ ਵੇਖਦੇ ਸਨ, ਕਦੇ ਅਮਰੀਕਾ ਦਾ ਨਾਂ ਸੋਚਦੇ ਸਨ ਅਤੇ ਸੋਚਦੇ ਸਨ ਇਸ ਦਾ ਰਾਸ਼ਟਰਪਤੀ ਇਹ। ਸੋ ਇਹ ਜੋ ਇੰਟਰੋਡਕਸ਼ਨ ਦੀ ਮੈਂ ਗੱਲ ਕੀਤੀ ਹੈ ਉਹਦੇ ਵਿੱਚ ਉਹ ਗੱਲ ਕਰਦੀ ਹੈ ਐਂਜਲਾ ਹੈਰਿਸ, ਕਹਿੰਦੀ ਮੈਂ ਲਾਅ ਪੜ੍ਹਦੀ ਹੁੰਦੀ ਸੀ 83 ਦੇ ਵਿੱਚ, ਅਤੇ ਅਸੀਂ ਇੱਕ ਕਲਾਸ 'ਚੋਂ ਦੂਜੀ ਫਿਰੀ ਜਾਣਾ, ਅਤੇ ਅਸੀਂ ਦੋ ਕੀ ਸੀਗੇ ਏਸ਼ੀਅਨਸ, ਕੋਈ ਮਤਲਬ ਇਸ ਤਰ੍ਹਾਂ, ਅਤੇ ਬਾਕੀ ਸਾਰੇ ਲੋਕ ਬਹੁਤੇ ਚਿੱਟੇ ਹੀ ਸਨ, ਬਹੁਤੇ ਪੜ੍ਹਾਉਣ ਵਾਲੇ ਵੀ ਚਿੱਟੇ ਹੀ ਨਹੀਂ, ਮੇਲ ਚਿੱਟੇ ਸਨ, ਆਦਮੀ ਸਨ, ਅਤੇ ਜੋ ਸਭ ਪੜ੍ਹੀ ਜਾਂਦੇ ਸਨ, ਪੜ੍ਹਾਈ ਜਾਂਦੇ ਸਨ, ਅਸੀਂ ਪੜ੍ਹੀ ਜਾਂਦੇ ਸੀ, ਪਰ ਸਾਨੂੰ ਕੋਈ ਖਾਸ ਯਾਨੀ ਕਿ ਟੁੰਬਦੀ ਨਹੀਂ ਸੀ ਪਈ ਗੱਲ, ਇਸ ਤਰ੍ਹਾਂ ਨਹੀਂ ਸੀ ਟੁੰਬ ਰਹੀ। ਜੋ ਬਾਅਦ ਵਿੱਚ ਜਦੋਂ ਮੇਰਾ ਕਹਿੰਦੀ ਹੈ ਕਿ ਕ੍ਰਿਟੀਕਲ ਰੇਸ ਥਿਊਰੀ ਵਾਲਿਆਂ ਨਾਲ ਗੱਲਬਾਤ ਹੋਈ, ਅਤੇ ਫਿਰ ਸਮਝ ਆਈ ਕਿ ਅਸੀਂ ਕਿਹੜੀ ਚੀਜ਼ ਨੂੰ ਮਿਸ ਕਰ ਰਹੇ ਸੀ। ਤਾਂ ਇਹ ਕ੍ਰਿਟੀਕਲ ਰੇਸ ਥਿਊਰੀ ਸਾਡੇ ਲਈ ਕੁਝ ਨਵੇਂ ਲਫ਼ਜ਼ ਨੇ। ਰੇਸ ਵੀ ਸਾਨੂੰ ਪਤਾ ਹੈ, ਥਿਊਰੀ ਵੀ ਪਤਾ ਹੈ। ਕ੍ਰਿਟੀਕਲ ਰੇਸ ਥਿਊਰੀ ਕੀ ਹੈ? ਉਹ ਹੈ ਕਿ ਜੋ ਵੀ ਰੇਸ ਦੇ ਬਾਰੇ ਅਸੀਂ ਸੁਣਦੇ ਆਏ ਹਾਂ ਜਾਂ ਹੁੰਦਾ ਹੈ ਜਾਂ ਅਸੀਂ ਆਸ-ਪਾਸ ਕਬੂਲ ਕੀਤਾ ਹੁੰਦਾ ਹੈ, ਉਹਨੂੰ ਕ੍ਰਿਟੀਕਲ, ਆਲੋਚਨਾਤਮਕ ਅੱਖ ਦੇ ਨਾਲ ਦੇਖਣਾ, ਸਮਝਣਾ,
ਤੇ ਉਹਦੇ ਬਾਰੇ ਕੋਈ ਰਾਏ ਬਣਾਉਣੀ, ਕੋਈ ਲਹਿਰ ਬਣਾਉਣੀ, ਤਾਂ ਕਿ ਉਸ ਚੀਜ਼ ਨੂੰ ਆਮ ਜ਼ਿੰਦਗੀ 'ਚ ਢਾਲਿਆ ਜਾ ਸਕੇ। ਤੇ ਇਹ ਜੋ ਕ੍ਰਿਟੀਕਲ ਰੇਸ ਥਿਉਰੀ ਹੈ, ਇਹਦੇ ਬਾਰੇ ਉਹ ਕਹਿੰਦੇ ਨੇ ਕਿ ਸਾਡਾ, ਅਸੀਂ ਜੋ ਇਹ ਬਣਾਈ ਹੈ, ਜਦੋਂ ਬਣਾਈ ਤਾਂ ਇਹਦਾ ਬਹੁਤ ਵੱਡਾ ਰਿਣ ਜੋ ਹੈ, ਅਸੀਂ ਰਿਣੀ ਹੈਗੇ ਆ, ਕਰਜ਼ਾਈ ਆ ਕ੍ਰਿਟੀਕਲ ਲੀਗਲ ਸਟੱਡੀਜ਼ ਦੇ, ਜੋ ਕਿ ਲੈਫਟ ਵੱਲੋਂ ਇੱਕ ਮੂਵਮੈਂਟ ਸੀਗੀ ਜੋ ਕਹਿੰਦੀ ਸੀ ਕਿ ਕਾਨੂੰਨ ਕੋਈ ਨਿਊਟਰਲ ਨਹੀਂ ਹੁੰਦਾ, ਇਹ ਤੁਸਬ ਹੀ ਹੁੰਦਾ ਹੈ, ਇਹਦੇ ਵਿੱਚ ਵੀ ਤੁਸਬ ਲੁਕਿਆ ਹੁੰਦਾ ਹੈ, ਤੇ ਹਰ ਇੱਕ ਨੂੰ ਇੱਕੋ ਹੀ ਕਾਨੂੰਨ ਨਾਲ ਅਸੀਂ ਉਹਦਾ ਮਾਮਲਾ ਹੱਲ ਨਹੀਂ ਕਰ ਸਕਦੇ, ਕੇਸ ਸੈਟਲ ਨਹੀਂ ਹੋਣੇ ਚਾਹੀਦੇ। ਕੋਈ, ਨਾਲੇ ਕਹਿੰਦੇ ਸਨ ਕੋਈ ਵੀ ਇੱਕ ਸਹੀ ਜਵਾਬ ਨਹੀਂ ਹੁੰਦਾ, ਜਵਾਬ ਕਈ ਹੁੰਦੇ ਨੇ, ਤੇ ਉਹਨਾਂ ਸਾਰਿਆਂ ਨੂੰ ਘੋਖਣਾ ਚਾਹੀਦਾ ਹੈ, ਕਿਉਂਕਿ ਜਿਹੜੇ ਹੱਕ ਨੇ ਇਹਨਾਂ ਦਾ ਮਤਲਬ ਜ਼ਿੰਦਗੀ ਹੁੰਦਾ। ਜੇ ਹੱਕ ਨਹੀਂ ਹੈ ਤੁਹਾਡੇ ਕੋਲ ਐਜ਼ ਮਾਈਨੋਰਿਟੀ ਜਾਂ ਤੁਹਾਡੀ ਜ਼ਿੰਦਗੀ ਦੇ ਮੁਤਾਬਕ, ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਵੀ ਤੁਹਾਡੇ ਹੱਥ 'ਚ ਨਹੀਂ ਹੈ। ਦੂਸਰਾ ਰਿਣ ਉਹ ਕਹਿੰਦੇ ਨੇ ਕਿ ਰੈਡੀਕਲ ਫੈਮਿਨਿਜ਼ਮ, ਜੋ ਨਾਰੀਵਾਦ ਦਾ ਇਨਕਲਾਬੀ ਪੁਣਾ ਸਾਹਮਣੇ ਸੀਗਾ, ਉਹਨਾਂ ਨੇ ਜੋ ਜੋ ਕੰਮ ਕੀਤਾ ਉਹਦੇ ਤੋਂ ਸਿੱਖਿਆ ਕਿ ਕਿਸ ਤਰ੍ਹਾਂ ਦੇ ਲਫ਼ਜ਼, ਕਿਸ ਤਰ੍ਹਾਂ ਦੇ ਟੂਲਸ, ਸੰਦ ਵਰਤੇ ਜਾ ਸਕਦੇ ਨੇ। ਫਿਰ ਉਹ ਦੱਸਦੇ ਨੇ ਕਿ 1960ਵਿਆਂ ਦੇ ਵਿੱਚ ਸਿਵਲ ਰਾਈਟਸ ਮੂਵਮੈਂਟ ਕਾਫੀ ਅੱਛੀ ਤਰ੍ਹਾਂ ਕੰਮ ਕਰ ਰਹੀ ਸੀ, ਪਰ 70s ਤੱਕ ਆ ਕੇ ਉਹ ਮੱਠੀ ਪੈ ਗਈ। ਸਿਰਫ ਮੱਠੀ ਨਹੀਂ ਪੈ ਗਈ, ਖਲੋਤ ਆ ਗਈ। ਸਿਰਫ ਖਲੋਤ ਨਹੀਂ ਆਈ, ਉਹ ਜਿਵੇਂ ਪਿਛਾਂਹ ਨੂੰ ਮੁੜਨ ਲੱਗ ਪਈ। ਸੋ ਮਹਿਸੂਸ ਹੋਇਆ ਵਕੀਲਾਂ ਨੂੰ, ਸਰਗਰਮੀਆਂ ਨੂੰ, ਐਕਟਿਵਿਸਟਾਂ ਨੂੰ, ਸਕਾਲਰਸ ਨੂੰ, ਕਿ ਕੋਈ ਰੇਸ ਥਿਉਰੀ ਬਣਾਈ ਜਾਵੇ, ਕੋਈ ਇਸ ਚੀਜ਼ ਦੇ ਬਾਰੇ ਗੱਲ ਕੀਤਾ ਜਾਵੇ। ਕਿਉਂਕਿ ਕਿਵੇਂ ਹੋ ਸਕਦਾ ਹੈ ਕਿ ਇੱਕੋ ਹੀ ਕਾਨੂੰਨ ਸਾਰਿਆਂ ਲਈ ਹੋਵੇ, ਭਾਵੇਂ ਕੋਈ ਕਿਸੇ ਵੀ ਜੈਂਡਰ ਦਾ ਹੈ, ਔਰਤ ਹੈ, ਆਦਮੀ ਹੈ, ਸਮਾਜ ਵਿੱਚ ਉਸਦੀ ਕੀ ਥਾਂ ਹੈ, ਕਿਸ ਥਾਂ ਰਹੀ ਹੈ, ਉਹਦਾ ਇਤਿਹਾਸ ਕੀ ਹੈ, ਉਹ ਕਿੱਥੋਂ ਨਿਕਲ ਕੇ ਕਿਹੜੀ ਗੱਲ ਕਰ ਰਿਹਾ ਹੈ, ਉਹਦੀ ਰੇਸ, ਉਹਦੀ ਨਸਲ ਕੀ ਹੈ, ਉਹਦਾ ਧਰਮ ਕੀ ਹੈ, ਬਿਨਾਂ ਡਿਸਕਸ਼ਨ ਕੀਤਿਆਂ ਕਿ ਇਸ ਸਭ ਚੀਜ਼ ਦੇ ਨਾਲ ਉਹ ਕਿਸ ਤਰ੍ਹਾਂ ਦੇ ਮਸਲੇ ਨੂੰ ਮਹਿਸੂਸ ਕਰ ਰਿਹਾ। ਜਦੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਵੇਖਿਆ ਕਿ ਉਹਨਾਂ ਕੋਲ ਤੇ ਜੋ ਮੌਜੂਦ ਲਫ਼ਜ਼ ਨੇ, ਉਹਨਾਂ ਦੇ ਵਿੱਚ ਲਫ਼ਜ਼ ਹੀ ਹੈ ਨਹੀਂ ਗੇ ਜੋ ਗੱਲ ਕਹਿਣਾ ਚਾਹੁੰਦੇ ਨੇ, ਉਹ ਭਾਸ਼ਾ ਹੀ ਹੈ ਨਹੀਂ ਗੀ। ਤੇ ਇਸ ਜੋ ਕ੍ਰਿਟੀਕਲ ਰੇਸ ਥਿਉਰੀ ਹੈ, ਇਹਦਾ ਜੋ ਇੰਟੈਲੈਕਚੁਅਲ, ਬੁੱਧੀਜੀਵੀ ਪਿਤਾ ਸਮਝਿਆ ਜਾਂਦਾ ਹੈ, ਉਹਦਾ ਨਾਂ ਸੀ ਡੈਰਿਕ ਬੈਲ, ਜਿਨ੍ਹਾਂ ਦੀ ਕਿ 2011 'ਚ ਮੌਤ ਹੋ ਗਈ। ਤੇ ਉਹਨਾਂ ਦੇ ਸਾਹਮਣੇ ਸਾਰੇ ਗੱਲਾਂ ਆਈਆਂ, ਤੇ ਇਸ ਤਰ੍ਹਾਂ ਦੇ ਲਫ਼ਜ਼ ਤੁਸੀਂ ਦੇਖੋ ਅਸੀਂ ਵੀ ਨਹੀਂ ਸੁਣੇ, ਨਸਲ ਅੰਨੇ, ਯਾਨੀ ਰੇਸ ਬਲਾਈਂਡ ਜਾਂ ਰੇਸ ਕੌਨਸ਼ੀਅਸ। ਰੇਸ ਬਲਾਈਂਡ, ਨਸਲ ਅੰਨੇ, ਮਤਲਬ ਹੈ ਕਿ ਇਹ ਵੇਖਣਾ ਨਹੀਂ, ਫਰਕ ਨਹੀਂ ਲੱਗਦਾ ਹੈ ਕਿ ਇਹ ਨੈਗੇਟਿਵ ਲਫ਼ਜ਼ ਹੈ, ਪਰ ਅਸਲ 'ਚ ਇਹ ਹੈ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ ਨਸਲਾਂ ਦਾ ਕੋਈ ਫਰਕ ਨਹੀਂ ਹੁੰਦਾ, ਸਭ ਇੱਕੋ, ਆਪਾਂ ਸਭ ਇੱਕੋ ਹੈ, ਤੇ ਇੱਕੋ ਹੀ ਤਰੀਕੇ ਦੇ ਨਾਲ ਅਸੀਂ ਸਿਟੀਜ਼ਨ ਹੈ, ਤੇ ਹਰ ਇੱਕ ਨਾਲ ਸਹੀ ਵਰਤਿਆ ਜਾ ਰਿਹਾ ਜਾਂ ਵਰਤਿਆ ਜਾਏਗਾ। ਤੇ ਇੱਕ ਹੁੰਦਾ ਨਸਲ ਸੁਚੇਤ, ਕਿ ਤੁਸੀਂ ਨਸਲਾਂ ਵੀ ਹੋ, ਤੁਸੀਂ ਸੁਚੇਤ ਵੀ ਹੋ, ਤੇ ਤੁਸੀਂ ਫੇਰ ਵੀ ਕਿਸ ਤਰ੍ਹਾਂ ਅੱਗੇ ਵਧਣਾ ਹੈ ਇੱਕ ਦੂਜੇ ਨੂੰ ਨਾਲ ਲੈ ਕੇ, ਹਰ ਇੱਕ ਦਾ ਧਿਆਨ ਰੱਖਦਿਆਂ ਹੋਇਆਂ। ਸੋ ਇਹ ਇੱਕ ਫਰਕ ਹੈ। ਜੋ CRT ਜਿਹਨੂੰ ਕਹਿੰਦੇ ਨੇ, ਕ੍ਰਿਟੀਕਲ ਰੇਸ ਥਿਉਰੀ, ਇਹ ਤਾਂ ਸਿਵਲ ਰਾਈਟਸ ਨਾਲੋਂ ਤੇ ਜਿਹੜੇ ਪਹਿਲਾਂ ਨਸਲੀ ਸਟੱਡੀਜ਼ ਹੁੰਦੀਆਂ ਸਨ ਉਹਨਾਂ ਨਾਲੋਂ ਵੱਡਾ ਫਰਕ ਇਹ ਹੈ ਕਿ ਆਰਥਿਕਤਾ, ਅਰਥਚਾਰੇ ਨੂੰ ਨਾਲ ਲੈਂਦਾ ਹੈ, ਇਤਿਹਾਸ ਨੂੰ ਲੈਂਦਾ ਹੈ। ਇਹ ਹਰ ਤਬਕੇ ਦਾ ਕੋਈ ਸੈਲਫ ਇੰਟਰਸਟ ਹੁੰਦਾ ਹੈ, ਤੇ ਉਹ ਕਿਹੜਾ ਤਬਕਾ ਹਾਵੀ ਹੈ, ਉਹ ਕਿਸ ਤਰ੍ਹਾਂ ਆਪਣੇ ਸੈਲਫ ਇੰਟਰਸਟ ਮੁਤਾਬਕ ਸਭ ਕੁਝ ਬਣਾ ਲੈਂਦਾ ਹੈ, ਇਸ ਚੀਜ਼ ਨੂੰ ਲੈਂਦਾ ਹੈ, ਇਹ ਭਾਵਨਾਵਾਂ ਨੂੰ ਲੈਂਦਾ ਹੈ। ਇਹ ਰੇਸ ਸਟੱਡੀ ਜੋ ਹੈ, ਕ੍ਰਿਟੀਕਲ ਰੇਸ ਸਟੱਡੀ, ਇਹ ਅਨਕੌਂਸ਼ੀਅਸ ਯਾਨੀ ਅਚੇਤ ਮਨ 'ਚ ਜੋ ਸਾਡੇ ਬੈਠਾ ਹੁੰਦਾ ਹੈ, ਉਸ ਚੀਜ਼ ਨੂੰ ਵੀ ਲੈਂਦਾ ਹੈ। ਤੇ ਉਹਨਾਂ ਸਾਰਿਆਂ ਦੇ ਨਾਲ ਕਿਸ ਤਰ੍ਹਾਂ ਜੋ ਹੈ, ਜਿਹਨੂੰ ਆਪਾਂ ਕਹਿੰਦੇ ਆ ਵੀ ਖੇਡਣ ਦਾ ਮੈਦਾਨ ਬਰਾਬਰ ਹੋਵੇ ਸਾਰਿਆਂ ਲਈ, ਉਹ ਹੈ ਕਿ ਨਹੀਂ ਹੈ, ਇਹਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਇਹ ਚੀਜ਼ਾਂ, ਇਹਨਾਂ ਸਭ ਚੀਜ਼ਾਂ ਨੂੰ ਲੈਂਦਾ। ਇਸ ਕਰਕੇ ਇਹ ਫਰਕ ਹੈ ਪਹਿਲਾਂ ਕੀਤੀਆਂ ਜਾ ਰਹੀਆਂ ਸਟੱਡੀਜ਼ ਦੇ ਹਿਸਾਬ ਨਾਲ। ਹੁਣ ਉਹ ਦੇਖਦੇ ਨੇ ਤੇ ਦੱਸਦੇ ਨੇ ਕਿ ਜੋ ਉਹਨਾਂ ਨੇ ਕੰਮ ਕੀਤਾ ਹੈ, ਜੋ ਇਹਨਾਂ ਵਿਦਵਾਨਾਂ ਨੇ, ਐਕਟਿਵਿਸਟ ਨੇ, ਸਰਗਰਮੀਆਂ ਨੇ, ਅੱਗੋਂ ਮੂਵਮੈਂਟ ਚਲਾਉਣ ਵਾਲਿਆਂ ਨੇ, ਕਾਰਕੁਨਾਂ ਨੇ ਕੰਮ ਕੀਤਾ ਹੈ, ਉਹਦਾ ਇੰਨਾ ਕੁ ਅਸਰ ਹੋ ਚੁੱਕਾ ਹੈ ਕਿ ਇਹ ਕਈ ਦੇਸ਼ਾਂ ਤੱਕ ਇਹ ਗੱਲ ਫੈਲੀ ਹੈ, ਤੇ ਕਈ ਡਿਸਿਪਲਿਨਸ, ਕਈ ਪੜ੍ਹਾਈਆਂ ਦੇ ਵਿੱਚ ਇਹ ਗੱਲ ਫੈਲੀ ਹੈ, ਕਈ ਸੰਸਥਾਵਾਂ ਤੱਕ ਇਹ ਗੱਲ ਫੈਲੀ ਹੈ। ਸੋਸ਼ੀਓਲੋਜੀ ਹੋਈ, ਫਿਲੋਸਫੀ ਹੋਈ, ਧਰਮ ਹੋਇਆ,
ਅਦਾਲਤਾਂ ਹੋਈਆਂ, ਸਕੂਲ ਹੋਏ, ਲਿਟਰੇਚਰ ਦੇ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਐਂਗਲ ਤੋਂ ਇਹ ਗੱਲ ਜੋ ਉਹਨਾਂ ਨੇ ਉੱਥੇ ਸ਼ੁਰੂ ਕੀਤੀ ਉਹ ਗੱਲ ਹੋਈ ਹੈ। ਤਾਂ ਇਸ ਲਹਿਰ ਦਾ ਮੰਤਵ ਕੀ ਹੈ? ਇਸ ਲਹਿਰ ਦਾ ਮੰਤਵ ਇਹ ਹੈ ਕਿ ਜਿਹੜੇ ਵਿਦਵਾਨ ਨੇ ਤੇ ਐਕਟਿਵਿਸਟ ਨੇ ਉਹ ਇਹ ਦੇਖਦੇ ਨੇ ਕਿ ਕਿਸ ਤਰ੍ਹਾਂ ਬਦਲਣਾ ਹੈ, ਕਾਇਆਕਲਪ ਕਰਨਾ ਹੈ ਉਸ ਰਿਸ਼ਤੇ ਦਾ ਜੋ ਨਸਲਵਾਦ ਤੇ ਤਾਕਤ ਦੇ ਦਰਮਿਆਨ ਹੈ। ਕਿਤਾਬ ਸ਼ੁਰੂ ਕਰਦਿਆਂ ਉਹਨਾਂ ਨੇ 2 ਕੋਟਸ ਦਿੱਤੀਆਂ ਨੇ। ਇੱਕ ਤੇ ਜਾਰਜ ਬਰਨਾਰਡ ਸ਼ਾਅ ਦੀ ਰੋਬਰਟ ਐਫ ਕੈਨੇਡੀ ਦਿੰਦਾ ਹੈ ਉਹਦੀ ਕੋਟ, ਉਹਨੇ ਬੋਲੀ ਹੈ ਕਿਤੇ, ਕੁਝ ਲੋਕ ਚੀਜ਼ਾਂ ਨੂੰ ਉਸ ਤਰ੍ਹਾਂ ਦੇਖਣਾ ਚਾਹੁੰਦੇ ਨੇ, ਦੇਖਦੇ ਨੇ ਜੋ ਹੈਗੀਆਂ ਨੇ ਤੇ ਕਹਿੰਦੇ ਨੇ ਵੀ ਇਹ ਕਿਉਂ ਨੇ। ਤੇ ਮੈਂ ਸੋਚਦਾ ਮੈਂ ਉਹਨਾਂ ਚੀਜ਼ਾਂ ਬਾਰੇ ਸੁਪਨੇ ਲੈਣਾ ਜੋ ਕਦੇ ਵੀ ਨਹੀਂ ਸਨ, ਤੇ ਮੈਂ ਕਹਿੰਨਾ ਵੀ ਕਿਉਂ ਨਹੀਂ ਉਹਨਾਂ ਚੀਜ਼ਾਂ ਨੂੰ ਲਿਆਂਦਾ ਜਾਵੇ। ਇੱਕ ਜਸਟਿਸ ਹੈਰੀ ਬਲੈਕਮਨ, ਉਹਨਾਂ ਦੇ ਲਫ਼ਜ਼ ਨੇ, ਲਾਈਨਾਂ 2 ਕੋਟੇਸ਼ਨ ਹੈ, ਜੇ ਤੁਸੀਂ ਨਸਲਵਾਦ ਤੋਂ ਅੱਗੇ ਵਧਣਾ, ਤੋਂ ਅੱਗੇ ਜਾਣਾ, ਤਾਂ ਵੀ ਤੁਹਾਨੂੰ ਨਸਲ ਨੂੰ ਲੈਣਾ ਸਮਝਣਾ ਪਏਗਾ, ਹੋਰ ਕੋਈ ਰਾਹ ਨਹੀਂ। ਹੁਣ ਇਹ ਤਜਰਬਾ ਅਮਰੀਕਾ ਤੋਂ ਸਾਡੇ ਵੱਲ ਆ ਰਿਹਾ। ਇੱਥੇ ਇਹ ਦੱਸਣਾ ਦਿਲਚਸਪ ਹੈ ਕਿ ਅਮਰੀਕਾ ਦੇ ਵਿੱਚ ਇਸ ਵੇਲੇ 17% ਆਬਾਦੀ ਲੈਟੀਨੋਜ਼ ਦੀ ਹੈ, ਯਾਨੀ ਜੋ ਸਾਊਥ ਅਮਰੀਕਾ ਦੇ, ਜਿਹਨੂੰ ਤੁਸੀਂ ਲੈਟਿਨ ਅਮਰੀਕਾ ਕਹਿੰਦੇ ਆ, ਉੱਥੋਂ ਦੇ ਲੋਕ 13% ਹੀ, ਮਤਲਬ ਕਿ ਐਫਰੋ ਅਮਰੀਕਨਸ, ਅਫਰੀਕੀ ਅਮਰੀਕੀਆਂ ਨਾਲੋਂ ਵੱਧ ਹੈ ਗਿਣਤੀ ਲੈਟੀਨੋਜ਼ ਦੀ। ਐਫਰੋ ਅਮਰੀਕਨ 13% ਨੇ, ਤੇ ਸਾਡੇ ਏਸ਼ੀਅਨ ਅਮਰੀਕਨਸ ਜੋ ਨੇ ਉਹ ਸਭ ਤੋਂ ਤੇਜ਼ ਵੱਧ ਰਿਹਾ ਗਰੁੱਪ ਹੈ। ਤੇ ਇੰਡੀਅਨਸ ਬਾਰੇ ਵੀ ਇਹ ਗੱਲ ਆਉਂਦੀ ਹੈ, ਹਾਲਾਂਕਿ ਇਹ ਬਹੁਤ ਛੋਟਾ ਹੈ, ਅਜੇ ਵੀ 1% ਜਾਂਦਾ ਹੈ ਏਸ਼ੀਅਨ ਅਮਰੀਕਨਸ ਦੇ ਵਿੱਚ। ਪਰ ਇਹ ਵੀ ਆਖਿਆ ਜਾ ਰਿਹਾ ਹੈ ਕਿ 2042 ਤੱਕ ਇਹ ਬਹੁਤ ਸੰਭਵ ਹੈ, ਅੰਕੜਿਆਂ ਨੂੰ ਦੇਖਦੇ ਹਾਂ, ਕਿ ਵਾਈਟ ਮਿਨੋਰਿਟੀ 'ਚ ਨਹੀਂ ਰਹਿ ਜਾਣਗੇ, ਯਾਨੀ ਕਿ ਬਾਕੀ ਜਿੰਨੇ ਵੀ ਨੇ ਉਹਨਾਂ ਦੀ ਰਲਾ ਕੇ ਗਿਣਤੀ ਵਾਈਟਸ ਨਾਲੋਂ ਵੱਧ ਜਾਏਗੀ। ਕੈਲੀਫੋਰਨੀਆ 'ਚ ਕਿਹਾ ਜਾਂਦਾ ਹੈ, ਕੈਲੀਫੋਰਨੀਆ 'ਚ ਜਾਣਦੇ ਨੇ ਲੋਕ ਕਿ ਅਜੇ ਵੀ ਇਸ ਵੇਲੇ ਵੀ ਵਾਈਟਸ ਦੀ ਗਿਣਤੀ ਬਾਕੀਆਂ ਨਾਲੋਂ ਘੱਟ ਹੈ। ਤਾਂ 2042 ਤੱਕ ਜੋ ਤਬਦੀਲੀ ਆਣੀ ਹੀ ਹੈ, ਉਹ ਕਿਸ ਤਰ੍ਹਾਂ ਆਏਗੀ, ਉਹਦੇ ਵਾਸਤੇ ਕੀ ਤਿਆਰੀਆਂ ਕਰਨੀਆਂ ਨੇ, ਉਹਦੇ ਵੱਲ ਵਧਣ ਦੇ ਵਾਸਤੇ ਸਭ ਤੋਂ ਵੱਡਾ ਸਵਾਲ, ਕੀ ਇਹ ਅਮਨਮਈ ਹੋ ਸਕਦਾ ਹੈ? ਜਦੋਂ ਕਿ ਇੱਕ ਤਬਕਾ ਕੁਦਰਤੀ ਹੈ, ਇਸ ਨੂੰ ਛੇਤੀ ਲਿਆਉਣਾ ਚਾਹੁੰਦਾ ਹੈ, ਤੇ ਇੱਕ ਤਬਕਾ ਇਸ ਨੂੰ ਦੇਰ ਨਾਲ ਲਿਆਉਣਾ ਚਾਹੁੰਦਾ ਹੋ ਸਕਦਾ ਹੈ। ਤੇ ਇਹਦੇ ਵਿੱਚ ਜੋ ਖਹਿ ਹੈ, ਜੋ ਰੋਜ਼ਾਨਾ ਦੀ ਖਹਿ ਹੈ, ਉਹ ਕਿੰਨੀ ਤਿੱਖੀ ਹੈ, ਅਸੀਂ ਦੇਖਦੇ ਹਾਂ ਕਿ ਇਹ ਜਾਰਜ ਫਲੋਇਡ ਵਾਲੀ ਗੱਲ ਤੋਂ, ਤੇ ਥੋੜਾ ਜਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਕੁਦਰਤੀ ਹੈ ਤੁਹਾਡੇ ਮਨ 'ਚ ਸਵਾਲ ਆਣਾ ਕਿ ਭਾਰਤ ਨਾਲ ਕੀ ਸੰਬੰਧ ਹੈ, ਸਾਡਾ ਖੱਬੀ ਧਿਰ ਨਾਲ ਕੀ ਸੰਬੰਧ ਹੈ, ਉਹ ਕਿਸ ਤਰ੍ਹਾਂ ਇਸ ਚੀਜ਼ ਦੇ ਬਾਰੇ ਮਹਿਸੂਸ ਕਰਦੇ ਨੇ। ਤਾਂ ਜ਼ਾਤ ਪਾਤ ਇੱਕ ਨਸਲੀ ਵਰਤਾਰਾ ਹੀ ਰਿਹਾ ਹੈ, ਤੇ ਜ਼ਾਤ ਪਾਤ ਦੇ ਨਸਲੀ ਵਰਤਾਰੇ ਤੋਂ ਲੈਫਟ ਨੇ ਭਾਰਤ ਵਿੱਚ ਇੱਕ ਮੁਕੰਮਲ ਕਿਸਮ ਦਾ ਨਜ਼ਰੀਆ ਅਪਣਾਇਆ ਹੈ ਕਿ ਇਹ ਸਭ ਮਜ਼ਦੂਰ ਫॉर एग्जांपल ਇੱਕ ਨੇ। ਜੇ ਅਸੀਂ ਕਹੀਏ ਕਿ ਔਰਤਾਂ ਤੇ ਮਰਦ ਮਜ਼ਦੂਰ ਨੇ, ਸਮਝੋ, ਤੇ ਉਹ ਇੱਕ ਨੇ, ਤੇ ਤੁਹਾਨੂੰ ਤੇ ਮੈਨੂੰ ਸਮਝ ਆਏਗੀ ਕਿ ਨਹੀਂ, ਬਹੁਤ ਫਰਕ ਨੇ, ਤੇ ਬੜਾ ਕੁਝ ਸੋਚਣਾ ਪੈਂਦਾ। ਇਸੇ ਤਰੀਕੇ ਦੇ ਨਾਲ ਜੋ ਜ਼ਾਤ ਪਾਤ ਹੈ ਮਜ਼ਦੂਰਾਂ ਦੇ ਵਿੱਚ ਹਰ ਥਾਂ ਤੱਕ, ਥੱਲੇ ਤੱਕ ਗਿਆ ਹੋਇਆ, ਉਹ ਕੀ ਹੈ, ਉਹਨੂੰ ਅਸੀਂ ਕਿਸ ਤਰ੍ਹਾਂ ਸਮਝਣਾ ਹੈ। ਜੇ ਨਹੀਂ ਸਮਝਦੇ ਜਾਂ ਨਹੀਂ ਸਮਝਣਾ ਚਾਹੁੰਦੇ, ਜਾਂ ਇਸ ਨੂੰ ਅਸੀਂ ਕਬੂਲ ਹੀ ਨਹੀਂ ਕਰਦੇ ਕਿ ਹੈ, ਜਾਂ ਇਸ ਨੂੰ ਜ਼ਰੂਰਤ ਹੈ ਕੁਝ ਫੋਲਣ ਦੀ, ਤਾਂ ਕੀ ਕੋਈ ਹੋਰ ਫੋਲ ਲਏਗਾ, ਕੋਈ ਹੋਰ ਇਸ ਚੀਜ਼ ਨੂੰ ਵਰਤੇਗਾ, ਅੱਗੇ ਲਿਆਏਗਾ, ਕੋਈ ਹੋਰ ਰਾਹ ਅਪਣਾਏਗਾ ਇਹ ਸਭ ਕੁਝ। ਤੇ ਦਲਿਤ ਸਿਆਸਤ ਅੱਗੇ ਆਏਗੀ। ਦਲਿਤ ਸਿਆਸਤ ਜਿਸ ਨੂੰ ਪੋਜ਼ਿਟਿਵ ਵੀ ਮੰਨਦੇ ਨੇ, ਉਹਨੂੰ ਦਲਿਤ ਮਤਲਬ ਹਰ ਜੋ ਜ਼ਾਤ ਹੈ ਉਸ ਨੂੰ ਕੌਮਾਂ ਵੀ ਮੰਨਦੇ ਨੇ, ਕਿਉਂਕਿ ਉਹ ਨਸਲਾਂ ਸਨ ਜਾਂ ਕਿਸ ਤਰ੍ਹਾਂ ਸਨ। ਤੇ ਇਹਨੂੰ ਕੌਨਸਟੀਟਿਊਸ਼ਨਲ ਸਟਰਗਲ ਹੈ, ਇਹ ਸੰਵਿਧਾਨ ਦੇ ਮੁਤਾਬਕ ਹੈ। ਤੇ ਕੀ ਇਹ ਕੌਨਸਟੀਟਿਊਸ਼ਨ ਨੂੰ ਦੇ ਕੰਮ ਨੂੰ ਅੱਗੇ ਵੀ ਵਧਾਉਂਦੀ ਹੈ? ਇਹ ਵੀ ਬਹੁਤ ਸੰਭਵ ਹੈ।
ਤੇ ਫਿਰ ਸਾਨੂੰ ਨਜ਼ਰ ਆਉਂਦਾ, ਯਾਦ ਆਉਂਦਾ ਹੈ ਸਿੱਖ ਤਜਰਬਾ ਪੰਜਾਬ ਦੇ ਵਿੱਚ, ਜੋ ਨਸਲਵਾਦ ਦੇ ਨਾਲ ਕੀਤਾ ਗਿਆ, ਜਿਸ ਨੂੰ ਕਿ ਮਿਟਾ ਕੇ ਇੱਕ ਇਨਸਾਨ ਦੁਬਾਰਾ ਉਸਾਰਿਆ ਗਿਆ। ਉਹਨੂੰ ਦੁਬਾਰਾ ਸੋਸ਼ਲ ਕੰਸਟਰਕਸ਼ਨ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਸਾਰਿਆ ਗਿਆ, ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਾਤ ਪਾਤ ਉੱਚੀ ਸੀ ਜਾਂ ਨੀਵੀਂ ਸੀ ਜਾਂ ਕਿੱਦਾਂ ਸੀਗੀ, ਉਹਨੂੰ ਛੱਡ ਕੇ ਇੱਕ ਆਪਣੇ ਆਪ ਨੂੰ ਆਖਿਆ ਕਿ ਅਸੀਂ ਸਿੱਖ ਹਾਂ, ਤੇ ਉਹਦੇ ਮੁਤਾਬਕ ਉਹ ਤੁਰੇ, ਤੇ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਵੀ ਮਾਰੀਆਂ। ਜੋ ਰੋਟੀ ਦੀ ਸਾਂਝ ਸੀ ਉਹ ਤੇ ਹੋ ਸਕੀ, ਪਰ ਬੇਟੀ ਦੀ ਸਾਂਝ ਬਹੁਤ ਔਖੀ ਸੀ, ਉਹ ਅਜੇ ਤੱਕ ਵੀ ਸੰਭਵ ਨਹੀਂ ਹੋਈ, ਤੇ ਰੋਟੀ ਦੀ ਵੀ ਖਤਰੇ 'ਚ ਹੈ, ਇਹ ਸਾਨੂੰ ਜਾਣਦੇ ਹਾਂ ਅਸੀਂ। ਗੁਰੂ ਗੋਬਿੰਦ ਸਿੰਘ ਨੇ ਜਦੋਂ ਸਾਜਿਆ ਖਾਲਸਾ ਜਾਂ ਇਸ ਸਾਰੇ ਤਜਰਬੇ ਨੂੰ ਪੇਸ਼ ਕੀਤਾ, ਤਾਂ ਪਹਾੜੀ ਰਾਜਿਆਂ ਦਾ, ਜੋ ਕਿ ਹਿਮਾਚਲ ਹੈ, ਜੋ ਜਾਤ ਪਾਤ ਦੇ ਉੱਤੇ ਹੀ ਬਹੁਤ ਜ਼ਿਆਦਾ ਅਜੇ ਤੱਕ ਟਿਕਦਾ ਹੈ, ਉਹਨਾਂ ਦਾ ਕੀ ਸਲੂਕ ਸੀਗਾ, ਉਹ ਕਿਸ ਤਰ੍ਹਾਂ ਪੇਸ਼ ਆਏ, ਇਹ ਸਾਰਾ ਕੁਝ ਵੀ ਸਾਡੇ ਨਜ਼ਰ 'ਚ ਹੈ। ਬਾਕੀ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕ ਬੜੀ ਦਿਲਚਸਪ ਚੀਜ਼ ਹੈ ਕਿ ਪੜ੍ਹਨ ਵਿੱਚ ਥੋੜ੍ਹਾ ਹੀ ਆਉਂਦਾ, ਜ਼ਿਆਦਾ ਨਹੀਂ ਆਉਂਦਾ, ਕਾਫੀ ਘੋਖੋ ਤੇ ਆਉਂਦਾ ਹੈ ਕਿ ਕਿਸ ਤਰ੍ਹਾਂ ਜ਼ਾਤਾਂ ਨੂੰ ਅਫਗਾਨ ਪਠਾਨ ਸ਼ਾਦੀਆਂ ਦੇ ਰਾਹੀਂ ਮਿਕਸ ਕੀਤਾ ਗਿਆ, ਸਰਦਾਰੀ ਦੇ ਨਾਲ ਮਿਕਸ ਕੀਤਾ ਗਿਆ, ਤੇ ਨਵੀਆਂ ਪਛਾਣਾਂ ਬਣਾਈਆਂ ਗਈਆਂ। ਇਹ ਇੱਥੋਂ ਇੱਕ ਵਫਾਦਾਰੀ ਪੈਦਾ ਹੁੰਦੀ ਹੈ, ਜਿਸ ਨੂੰ ਇਸ ਵੇਲੇ ਇਸ ਚੀਜ਼ ਨੂੰ ਪਾਕਿਸਤਾਨ ਵੀ ਵਰਤਣਾ ਚਾਹੁੰਦਾ ਹੈ ਸਾਡੇ ਖਿਲਾਫ, ਜਾਂ ਉਹਨੂੰ ਇੱਕ ਟੂਲ ਵਾਂਗ ਵਰਤਣਾ ਚਾਹੁੰਦਾ ਇਸ ਰਣਜੀਤ ਸਿੰਘ ਦੇ ਇਸ ਕਦਮ ਨੂੰ। ਪਰ ਇਹ ਇੱਕ ਵਫਾਦਾਰੀ ਹੈ ਜੋ ਕਿ ਇਸ ਮਹਾਰਾਜੇ ਨੇ ਸਾਨੂੰ ਇੱਕ ਚੀਜ਼ 'ਚੋਂ ਕੱਢ ਕੇ ਦੂਸਰੀ ਚੀਜ਼ 'ਚ ਪਾਇਆ, ਤੇ ਸਾਨੂੰ ਇਨਸਾਨਾਂ ਦੇ ਵਿੱਚ, ਬਰਾਬਰਾਂ ਦੇ ਵਿੱਚ ਵਿਚਰਨ ਦੇ ਯੋਗ ਬਣਾਇਆ। ਸੋ ਮਤਲਬ ਬਹੁਤ ਕੁਝ ਹੈ ਜੋ ਵਲਵਲਿਆਂ ਦੇ ਵਿੱਚ ਹੋਇਆ ਹੋਵੇਗਾ, ਤੇ ਜੋ ਵਫਾਦਾਰੀ ਸਿੱਖ ਲਈ ਤੇ ਰਣਜੀਤ ਸਿੰਘ ਲਈ ਵੀ, ਮਹਾਰਾਜਾ ਰਣਜੀਤ ਸਿੰਘ ਲਈ ਵੀ ਨਜ਼ਰ ਆਉਂਦੀ। ਮੈਂ ਵਫਾਦਾਰੀ ਤੋਂ ਇੱਕ ਗੱਲ ਬਹੁਤ ਛੋਟੀ ਜਿਹੀ ਨਾਲ ਸ਼ੇਅਰ ਕਰਦੀ ਕਿ ਪਿੱਛੇ ਜੇ ਪਹਿਲੀ ਵਾਰੀ ਮੈਂ ਕਸ਼ਮੀਰ ਗਈ ਸੀ, ਮੌਕਾ ਬਣਿਆ ਜਾਣ ਦਾ ਪਿਛਲੇ ਸਾਲ ਹੀ, ਤੇ ਉੱਥੇ ਜਾ ਕੇ ਪਤਾ ਲੱਗਾ ਕਿ 14ਵੀਂ ਸਦੀ 'ਚ ਇੱਕ ਹਮਦਾਨੀ, ਕੋਈ ਸੂਫੀ ਪੋਇਟ ਸੇਂਟ ਆਏ ਸਨ, ਤੇ ਉਹ ਕਈ ਵਾਰੀ ਆਏ, ਕਈ ਵਾਰੀ ਲੰਘੇ, ਉਹ ਕਾਫੀ ਸਫ਼ਰ ਕਰਦੇ ਸਨ, ਤੇ ਚੀਨ ਤੱਕ ਜਾਂਦੇ ਸਨ ਜਾਂ ਕਿਸ ਤਰ੍ਹਾਂ। ਉਹ ਆਪਣੇ ਨਾਲ 700 ਕਾਰੀਗਰ ਲੈ ਕੇ ਆਏ, ਤੇ 52 ਕੰਮ ਲੈ ਕੇ ਆਏ, ਕਾਰੀਗਰੀਆਂ, ਤੇ ਉਹ ਸਾਰੀਆਂ ਕਾਰੀਗਰੀਆਂ ਕਸ਼ਮੀਰੀਆਂ ਨੂੰ ਸਿਖਾਈਆਂ। ਤੇ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੀ ਇਸ ਮਦਦਗਾਰੀ ਦੇ ਕਰਕੇ ਹੈ ਕਿ ਕਸ਼ਮੀਰ ਨੂੰ, ਕਸ਼ਮੀਰੀਆਂ ਨੂੰ ਇੱਕ ਕੰਮ ਦੇ ਵਿੱਚ ਮਤਲਬ ਪ੍ਰਫੁੱਲਤਾ ਮਿਲੀ, ਜੋ ਅੱਗੇ ਜਾ ਕੇ ਮੁਗਲ ਬਾਦਸ਼ਾਹਾਂ ਨੇ ਬਹੁਤ ਵਧਾਈ ਉਹਦਾ ਕੰਮਕਾਰ ਨੂੰ। ਸੋ ਇੰਨੇ ਵਫਾਦਾਰ ਨੇ ਕਿ ਉਹਨਾਂ ਨੇ ਉਸੇ ਵੇਲੇ ਨਾਲ ਦੀ ਨਾਲ ਧਰਮ ਤੱਕ ਬਦਲੀ ਆਪਣਾ ਕੀਤਾ, ਤੇ ਬਹੁਤ ਸਾਰੀ ਇਸਲਾਮਾਈਜੇਸ਼ਨ ਉਸ ਵੇਲੇ ਹੋਈ। ਹੁਣ ਮੈਂ ਤੁਹਾਡੇ ਨਾਲ ਗਾਂਧੀ ਤੇ ਅੰਬੇਦਕਰ ਦੀ ਵੀ ਗੱਲ ਥੋੜ੍ਹੀ ਜਿਹੀ ਕਰਨਾ ਚਾਹੁੰਦੀ ਹਾਂ। ਕੀ ਗਾਂਧੀ ਜਾਂ ਅੰਬੇਦਕਰ ਬਾਹਰ ਪੜ੍ਹਨ ਜਾ ਸਕਦੇ ਸੀ ਆਪਣੇ ਹਾਲਾਤ 'ਤੇ? ਉਹ ਚਾਂਸ ਸੀ, ਕੁਝ ਮਹਾਰਾਜਿਆਂ ਨੇ ਜਾਂ ਕਿਸੇ ਨੂੰ ਬਹੁਤ ਵੱਡੇ ਕਿਸੇ ਉਹਨਾਂ ਦੇ ਭਾਈਚਾਰੇ ਦੇ ਕੋਈ ਅਮੀਰ ਆਦਮੀ ਨੇ ਗਾਂਧੀ ਨੂੰ ਭੇਜਿਆ, ਤੇ ਇੱਕ ਮਹਾਰਾਜੇ ਨੇ ਸ਼ਾਇਦ ਅੰਬੇਡਕਰ ਨੂੰ। ਇਹ ਚਾਂਸ ਸੀ, ਤੇ ਚਾਂਸ ਦੇ ਵਿੱਚ ਉਹਨਾਂ ਨੇ ਜਦੋਂ ਦੁਨੀਆ ਨੂੰ ਦੇਖਿਆ, ਤੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ, ਗਾਂਧੀ ਜੀ ਨੇ ਹੋਰ ਵੀ ਦੇਖਿਆ ਸਾਊਥ ਅਫਰੀਕਾ ਦੇ ਵਿੱਚ। ਸੋ ਨਸਲਵਾਦ ਉਹਨਾਂ ਨੂੰ ਸਮਝ 'ਚ ਚੰਗੀ ਤਰ੍ਹਾਂ ਆ ਗਿਆ, ਤੇ ਉਹਨਾਂ ਦੇ ਕਾਫੀ ਕੁਛ ਟੁੱਟਿਆ ਤੇ ਜੁੜਿਆ ਉਹਦੇ ਵਿੱਚ। ਤੇ ਉਹਨਾਂ ਨੇ, ਇਹਨਾਂ ਦੋ ਜਣਿਆਂ ਨੇ, ਗਾਂਧੀ ਜੀ ਨੇ ਅੰਬੇਡਕਰ ਨੂੰ ਅੱਗੇ ਲਾ ਕੇ, ਹਾਲਾਂਕਿ ਉਹਨਾਂ ਦੀ ਆਪਸ 'ਚ ਜ਼ਿੰਦਾ ਰਹਿੰਦਿਆਂ ਬਹੁਤ ਖਹਿ ਸੀ, ਮਤਲਬ ਦਲੀਲਾਂ ਦੇ ਹਿਸਾਬ ਦੇ ਨਾਲ, ਦਲੀਲਬਾਜ਼ੀ ਸਾਰਾ ਕੁਝ ਕਿੱਦਾਂ ਹੋਵੇ, ਪਰ ਗਾਂਧੀ ਜੀ ਨੇ ਇੱਕ ਹਰੀਜਨ ਲਫ਼ਜ਼ ਪਛਾਣਿਆ ਤੇ ਕਿਹਾ, ਹਾਲਾਂਕਿ ਉਹ ਲਫ਼ਜ਼ ਹੁਣ ਸਾਨੂੰ ਪੁਰਾਣਾ ਲੱਗਦਾ, ਤੇ ਉਹ ਛੱਡ ਕੇ ਤੇ ਦਲਿਤ ਲਫ਼ਜ਼ ਅਪਣਾਉਣਾ ਚਾਹੁੰਦੇ ਹਾਂ, ਜੋ ਸਹੀ ਹੈ। ਤੇ ਲੇਕਿਨ ਇੱਕ ਬਹੁਤ ਵੱਡੀ ਰਾਹਤ ਉਦੋਂ ਮਿਲਦੀ ਹੈ ਜਦੋਂ ਅੰਬੇਡਕਰ ਵਰਗੇ ਨੂੰ, ਜੋ ਕਿੱਥੋਂ ਉੱਠ ਕੇ ਤੇ ਕਿੱਥੇ ਪੜ੍ਹੇ, ਤੇ ਫਿਰ ਵੀ ਕਿੰਨੇ ਪੋਜ਼ਿਟਿਵ ਰਹਿ ਕੇ ਉਹਨਾਂ ਨੇ ਇੱਕ ਐਸਾ ਕਨਸਟੀਟਿਊਸ਼ਨ ਬਣਾਉਣ ਦੇ ਵਿੱਚ ਅਗਵਾਈ ਦਿੱਤੀ, ਜੋ ਬਹੁਤ ਹੱਦ ਤੱਕ ਸਾਨੂੰ, ਬਹੁਤ ਅੱਛੀ ਤਰ੍ਹਾਂ ਕੰਮ ਹੀ ਨਹੀਂ ਆ ਰਿਹਾ, ਉਹ ਹੋਰਾਂ ਵਾਸਤੇ ਇੱਕ ਨਮੂਨਾ ਵੀ ਬਣਦਾ। ਉਹਨਾਂ ਨੇ ਖੁਦ ਬਹੁਤ ਕਨਸਟੀਟਿਊਸ਼ਨਸ ਪੜ੍ਹ ਕੇ ਤੇ ਉਹ ਕਨਸਟੀਟਿਊਸ਼ਨ ਨੂੰ ਨਮੂਨਾ ਬਣਾਇਆ। ਹੁਣ ਅਸੀਂ ਇੱਥੇ ਆਉਂਦੇ ਹਾਂ ਨਹਿਰੂ
ਵਰਸਸ ਗਾਂਧੀ ਤੇ ਅੰਬੇਡਕਰ, ਨਹਿਰੂ ਤੇ ਕਮਿਊਨਿਸਟ ਇੱਕ ਪਾਸੇ ਇੱਕ ਤਰ੍ਹਾਂ ਹੋ ਜਾਂਦੇ ਨੇ ਕਿ ਉਹ ਆਈਡੀਅਲਿਸਟ ਨੇ, ਉਹ ਫਰਕ ਨਹੀਂ ਦੇਖਣਾ ਚਾਹੁੰਦੇ, ਉਹ ਸਭ ਨੂੰ ਇੱਕ ਸਮਝਣਾ ਚਾਹੁੰਦੇ ਨੇ। ਗਾਂਧੀ ਤੇ ਅੰਬੇਡਕਰ ਇਹਦੇ ਵਿੱਚ ਥੋੜਾ ਰੀਅਲਿਸਟ ਚ ਆ ਜਾਂਦੇ ਨੇ, ਅਸਲੀਅਤ ਪਸੰਦ ਦੇ ਨੇੜੇ, ਕਿ ਇਹ ਹੈ ਨੇ, ਅਸੀਂ ਆ ਹਾਂ, ਅਸੀਂ ਆ ਹਾਂ, ਅਸੀਂ ਸਮਝ ਲਓ ਹਿੰਦੂ ਹਾਂ ਤੇ ਮੁਸਲਮਾਨ ਹਾਂ, ਫਿਰ ਵੀ ਅਸੀਂ ਇਕੱਠੇ ਰਹਿ ਸਕਦੇ ਹਾਂ। ਅਸੀਂ ਵੱਖਰੀਆਂ ਵੱਖਰੀਆਂ ਜ਼ਾਤਾਂ ਸਮਝੇ ਜਾਂਦੇ ਹਾਂ, ਤੁਰੇ ਆ ਰਹੇ ਹਾਂ ਰਵਾਇਤੀ ਤੌਰ ਤੇ, ਫਿਰ ਵੀ ਅਸੀਂ ਇਸ ਨੂੰ ਇਸ ਤਰ੍ਹਾਂ ਹੋਰ ਨਵੇਂ ਜ਼ਮਾਨੇ 'ਚ ਕਿਸ ਤਰ੍ਹਾਂ ਜੀਣਾ ਹੈ ਤੇ ਅੱਗੇ ਲਿਜਾਣਾ ਹੈ ਕਿ ਇਹ ਚੀਜ਼ਾਂ ਮਤਲਬ ਇੱਕ ਅੱਛੇ ਤਰੀਕੇ ਨਾਲ ਹੋ ਸਕਣ। ਨਹਿਰੂ ਕਹਿ ਸਕਦੇ ਸਨ ਕਿ ਕੀ ਕੁੰਭ ਹੈ, ਸਾਰੀ ਦੁਨੀਆ ਉੱਧਰ ਨੂੰ ਤੁਰੀ ਹੈ। ਭਗਤ ਸਿੰਘ ਵੀ ਕਹਿ ਸਕਦੇ ਸਨ ਕਿ ਦੇਖੋ ਅਸੀਂ ਮਰਨ ਮਾਰਨ ਤੱਕ ਹੈ ਪਰ ਦੁਨੀਆ ਗਾਂਧੀ ਪਿੱਛੇ ਲੱਗੀ ਹੈ। ਸੋ ਇਹ ਸਾਰੀਆਂ ਚੀਜ਼ਾਂ ਸੋਚਣ ਵਿਚਾਰਨ ਵਾਲੀਆਂ ਨੇ, ਕੋਈ ਸੁੱਟ ਪਾਉਣ ਵਾਲੀਆਂ ਨਹੀਂ ਹੈਗੀਆਂ। ਜੇ ਅਸੀਂ ਕੋਈ ਲਹਿਰ ਨੂੰ ਅੱਗੇ ਵਧਾਉਣਾ ਹੈ, ਜੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਨਾ ਕਿ ਲੋਕ ਸਮਝੇ ਨੇ ਸਾਨੂੰ ਨਹੀਂ ਸਮਝਦੇ, ਅਸੀਂ ਇਹਨਾਂ ਨੂੰ ਨਹੀਂ ਸਮਝਦੇ, ਇਹ ਕੋਈ ਵਲੈਤੀ ਲੋਕ ਨੇ, ਇਹ ਸੋ ਆਈਡੀਅਲਿਜ਼ਮ, ਜਾਂ ਜਿਹਨੂੰ ਹੁਣ ਆਪਾਂ ਲਫ਼ਜ਼ ਹੁਣੇ ਸਿੱਖਿਆ ਰੇਸ ਬਲਾਈਂਡਨੈਸ, ਨਸਲ ਅੰਨਾਪਨ, ਕੀ ਉਹ ਹੈ ਤੇ ਕੀ ਉਹ ਇਹਦੇ ਵਿੱਚ ਸੀ, ਤੇ ਇਹ ਸਾਰੀ ਚੀਜ਼ ਸੋ ਗਰੀਬੀ ਹੈ, ਜ਼ਾਤ ਹੈ, ਉਸ ਤੋਂ ਪਹਿਲਾਂ ਜਮਾਤ ਹੈ, ਲਿੰਗ ਵਿਤਕਰਾ ਹੈ, ਬਿਮਾਰੀਆਂ ਨੇ, ਨਸ਼ੇੜੀਪੁਣਾ ਹੈ, ਇਹਦੀਆਂ ਸਭ ਦੂਰੀਆਂ ਤੀਰੀਆਂ ਚੌਰੀਆਂ ਮਾਰਾਂ ਵੀ ਕੁਝ ਲੋਕਾਂ ਨੂੰ ਪੈ ਰਹੀਆਂ ਹੁੰਦੀਆਂ। ਇਹ ਇਸ ਕਿਤਾਬ ਤੋਂ ਸਮਝ ਆ ਰਹੀ ਹੈ। ਹੁਣ ਜੋ ਇਹਨਾਂ ਦੇ ਹਿਸਾਬ ਦੇ ਨਾਲ ਸੋਚਿਆ ਜਾਵੇ ਤਾਂ ਜੋ ਲਾਇਕ ਲਿਆਕਤ ਲਈ, ਸਮਝ ਲਓ ਸੈਟ ਟੈਸਟ, ਕੋਈ ਐਂਟਰੈਂਸ ਲਈ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਲਈ, ਕੋਈ ਜੋ ਵੀ ਸੈਟ ਟੈਸਟ ਬਣਾਏ ਜਾਂਦੇ ਨੇ ਜਾਂ ਹੋਰ ਇਮਤਿਹਾਨਾਂ ਦੇ ਲਈ, ਉਹਨਾਂ ਦੇ ਬਾਰੇ ਇਹ ਰੇਸ ਥਿਓਰੀ, ਕ੍ਰਿਟੀਕਲ ਰੇਸ ਥਿਓਰੀ ਕਹਿੰਦੀ ਪਈ ਹੈ ਕਿ ਇਹ ਤਾਂ ਬਣੇ ਹੀ ਇਸ ਤਰ੍ਹਾਂ ਨੇ ਕਿ ਇਹਨਾਂ ਸਭ ਲੋਕਾਂ ਨੂੰ ਬਾਹਰ ਰੱਖਣਾ, ਜਿਨ੍ਹਾਂ ਨੂੰ ਇਹ ਚੌਰੀਆਂ ਤੀਰੀਆਂ ਦੂਰੀਆਂ ਮਾਰਾਂ ਪੈ ਰਹੀਆਂ ਨੇ। ਤੇ ਉਹਨਾਂ ਦੇ ਫੋਰ ਐਗਜ਼ਾਮਪਲ ਸਵਾਲ ਹੀ ਇਹੋ ਜਿਹੇ ਨੇ ਜੋ ਤੁਹਾਨੂੰ ਗੋਲਫ ਬਾਰੇ ਹੋਣਗੇ ਜਾਂ ਹਾਰਸ ਰਾਈਡਿੰਗ ਬਾਰੇ ਹੋਣਗੇ, ਤੇ ਤੁਸੀਂ ਕਿਸ ਤਰ੍ਹਾਂ ਉਹ ਜਵਾਬ ਦੇ ਲੋਗੇ। ਯਾਨੀ ਕਿ ਉਹ ਸਵਾਲ ਹੀ ਇਸ ਤਰ੍ਹਾਂ ਬਣੇ ਨੇ ਕਿ ਤੁਹਾਡਾ ਬਾਪ ਕੀ ਕੰਮ ਕਰਦਾ ਸੀ, ਤੁਸੀਂ ਕਿਸ ਤਰ੍ਹਾਂ ਦੇ ਮਾਹੌਲ 'ਚ ਪਲੇ। ਤੇ ਉਹ ਸਵਾਲ ਜੋ ਹੈ ਲੋਕੀ ਜੋ ਜਵਾਬ ਦੇ ਰਹੇ ਨੇ ਉਹ ਕੋਸ਼ਿਸ਼ ਕਰਨਗੇ ਕਿ ਸਾਡਾ ਪਤਾ ਨਾ ਲੱਗੇ ਕਿ ਅਸੀਂ ਕਿਸ ਨਸਲ ਦੇ ਹਾਂ, ਸਾਡੇ ਕੀ ਸੱਭਿਆਚਾਰਕ ਬਣਿਆ ਹੋਇਆ ਦਿਮਾਗ ਹੈ, ਅਸੀਂ ਕਿਸ ਤਰ੍ਹਾਂ ਸੋਚਦੇ ਹਾਂ, ਅਸੀਂ ਫੋਰ ਐਗਜ਼ਾਮਪਲ ਐਫੀਸ਼ੀਐਂਸੀ ਨੂੰ ਕੀ ਸਮਝਦੇ ਹਾਂ ਅਸੀਂ, ਵਗੈਰਾ। ਸੋ ਇਹ ਸਾਰੀਆਂ ਚੀਜ਼ਾਂ ਉਹ ਲੁਕਾਉਣ ਦੀ ਕੋਸ਼ਿਸ਼ ਵੀ ਕਰਦੇ ਨੇ। ਇੱਕ ਗੱਲ ਆਉਂਦੀ ਹੈ ਕਿ ਅਸੀਂ ਵੀ ਇੱਥੇ ਇੰਡੀਆ 'ਚ ਬਹੁਤ ਦੇਖ ਰਹੇ ਹਾਂ ਹੁਣ ਕਿ ਗਾਲਾਂ ਪੈਣੀਆਂ, ਕੁਝ ਮਾੜਾ ਕਿਹਾ ਜਾਣਾ, ਲਫ਼ਜ਼ ਵਰਤੇ ਜਾਣੇ ਸਟੂਡੈਂਟਸ ਨੂੰ ਜੋ ਬਹੁਤ ਮੁਸ਼ਕਿਲ ਨਾਲ ਪੜ੍ਹ ਕੇ ਯੂਨੀਵਰਸਿਟੀਆਂ ਤੱਕ ਪਹੁੰਚੇ ਹੁੰਦੇ ਨੇ, ਬਹੁਤ ਬੜੀ ਮਿਹਨਤ ਦੇ ਨਾਲ ਕਿਸੇ ਤਰ੍ਹਾਂ, ਜੋ ਦਲਿਤ ਜਮਾਤਾਂ ਦੀ ਮੈਂ ਉਸ ਵੇਲੇ ਖਾਸ ਗੱਲ ਕਰ ਰਹੀ ਹਾਂ, ਤੇ ਉਹਨਾਂ ਨੂੰ ਉੱਥੇ ਕੀ ਪੜ੍ਹਨ ਦਾ ਮਾਹੌਲ ਹੈ, ਕੀ ਉਹ ਪੜ੍ਹ ਸਕਦੇ ਨੇ, ਕੀ ਉੱਥੇ ਬਚ ਸਕਦੇ ਨੇ, ਉਹ ਕੀ ਕਰਨ। ਇਸੇ ਤਰ੍ਹਾਂ ਦੇ ਸਵਾਲ ਅਮਰੀਕਾ ਵਿੱਚ ਪੈਦਾ ਹੋਏ ਨੇ। ਤੇ ਉੱਥੇ ਇੱਕ ਜ਼ਮਾਨਾ ਸੀਗਾ ਕਿ ਇੱਕ ਲਾਅ ਸੀ ਉਹਨਾਂ ਦਾ, ਇਕੁਅਲ ਬਟ ਡਿਫਰੈਂਟ। ਉਹਦੇ ਅਧੀਨ ਉਹ ਕੀ ਕਰਦੇ ਸੀ ਕਿ ਜਿੱਦਾਂ ਰੇਲਵੇ ਕੰਪਾਰਟਮੈਂਟਸ ਨੇ, ਇਕੁਅਲ ਹੋ ਤੁਸੀਂ, ਤੁਹਾਨੂੰ ਇੱਕੋ ਜਿਹੀਆਂ ਕੰਪਾਰਟਮੈਂਟਸ ਮਿਲਣਗੀਆਂ, ਸਾਰਾ ਕੁਝ ਸਮਾਨ ਉਹਦੇ 'ਚ ਉਹੀ ਹੋਏਗਾ, ਪਰ ਤੁਸੀਂ ਚਿੱਟੇ ਵੱਖਰੇ ਤੇ ਕਾਲੇ ਵੱਖਰੇ ਰਹੋ, ਤੇ ਇਹਦੇ ਵਿੱਚ ਤੁਸੀਂ ਕਰੋ। ਹੁਣ ਕੀ ਦੁਬਾਰਾ ਤੋਂ ਇਸ ਚੀਜ਼ ਨੂੰ, ਉਹ ਚੀਜ਼ ਖਤਮ ਹੋ ਗਈ, ਉਸ ਚੀਜ਼ ਦੇ ਖਿਲਾਫ ਲੜਾਈ ਹੋਈ, ਸਭ ਕੁਝ ਹੋਇਆ। ਤੇ ਅੱਜ ਫਿਰ ਜਿਹੜੇ ਪੜ੍ਹਨ ਵਾਲੇ ਲੋਕ ਨੇ ਉਹ ਪੁੱਛ ਰਹੇ ਨੇ ਕਿ ਕੀ ਸਾਨੂੰ ਵੱਖਰੀਆਂ ਯੂਨੀਵਰਸਿਟੀਆਂ, ਵੱਖਰੇ ਕਾਲਜ ਚਾਹੀਦੇ ਨੇ, ਵੱਖਰੇ ਸਕੂਲ ਚਾਹੀਦੇ ਨੇ, ਤਾਂ ਕਿ ਅਸੀਂ ਆਪਣੇ ਆਪ ਨੂੰ ਇੱਜ਼ਤ ਨਾਲ ਦੇਖ ਸਕੀਏ ਕਿ ਅਸੀਂ ਵੀ ਇੱਜ਼ਤ ਦੇ ਨਾਲ ਵਿਚਰ ਰਹੇ ਹਾਂ, ਤੇ ਸਾਨੂੰ ਫालतू ਦਾ ਇਹ ਸਾਰਾ ਮਸਲਾ ਨਾ ਬਣੇ। ਕਿਉਂਕਿ ਤੁਹਾਡਾ ਐਕਸੈਂਟ ਕੀ ਹੈ, ਤੁਸੀਂ ਬੋਲਣ 'ਚ ਜੇ ਅੰਗਰੇਜ਼ੀ ਵੀ ਬੋਲ ਰਹੇ ਹੋ, ਕਿਸ ਤਰ੍ਹਾਂ ਬੋਲ ਰਹੇ ਹੋ। ਬਲੈਕ ਅਮਰੀਕਨ ਨੂੰ ਇਹ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਉੱਥੇ ਹੀ ਜੰਮਿਆ ਪਲਿਆ, ਲੇਕਿਨ ਜੋ ਬਾਹਰੋਂ ਜਾਂਦੇ ਨੇ, ਲੈਟੀਨੋ ਨੇ, ਹੋਰ ਨੇ, ਉਹਨਾਂ ਨੂੰ ਕਿਹਾ ਜਾਂਦਾ ਹੈ ਏਸ਼ੀਅਨ ਅਮਰੀਕਨਸ ਨੇ, ਤੁਸੀਂ ਕੱਪੜੇ ਕਿਹੋ ਜਿਹੇ ਪਾਉਂਦੇ ਹੋ, ਤੁਹਾਡੇ ਤੋਂ ਖੁਸ਼ਬੂ ਕਿਹੋ ਜਿਹੀ ਆਉਂਦੀ ਹੈ, ਕਿ ਤੁਹਾਡੇ ਖੁਰਾਕ ਦੀ ਲਸਣ ਦੀ ਆਉਂਦੀ ਹੈ ਵਗੈਰਾ। ਤੁਹਾਡਾ ਹੁਣ ਇੱਥੇ ਇੱਕ ਐਗਜ਼ਾਮਪਲ ਦਿੱਤਾ ਹੈ, ਇੱਕ ਬੜੀ ਅੱਛੀ ਬਲੈਕ ਅਮਰੀਕਨ, ਆਪਣੇ ਆਪ ਨੂੰ ਖੁਸ਼ ਹੁੰਦੇ ਨੇ ਉਹ ਬਲੈਕ ਅਮਰੀਕਨ ਕਹਿ ਕੇ, ਐਫਰੋ ਅਮਰੀਕਨ ਲੜਕੀ ਹੈ ਤੇ ਉਹ ਕੰਮ ਕਰ ਰਹੀ ਕਿਸੇ ਸਾਂਝੇ ਦਫ਼ਤਰ ਦੇ ਵਿੱਚ,
ਤੇ ਉਹ ਆਪਣੇ ਕੁਲੀਗਸ ਨੂੰ ਪਾਣੀ ਪੀਣ ਆਈ ਹੈ, ਤੇ ਉੱਥੇ ਦੋ ਕੁਲੀਗਸ ਖੜੇ, ਉਹਨਾਂ ਨੂੰ ਕਹਿੰਦੀ ਹੈ ਹੈਲੋ। ਉਹਨੇ ਹੈਲੋ ਹੀ ਕਿਹਾ, ਤੇ ਅੱਗੋਂ ਇੱਕ ਜਣਾ ਹੱਸ ਕੇ ਕਹਿੰਦਾ ਹੈ ਕਿ ਦੇਖੋ ਜੰਗਲੀ ਕੁੜੀ, ਜੰਗਲਾਂ 'ਚੋਂ ਕੁੜੀ ਆ ਗਈ ਹੈ। ਸੋ ਉਹ ਕਿਉਂਕਿ ਉਹ ਅਫਰੀਕਨ ਹੈ, ਤੇ ਉਹਨਾਂ ਨੂੰ ਅਕਸਰ ਇਹ ਜੰਗਲ ਦਾ ਨਾਲ ਜੋੜਿਆ ਜਾਂਦਾ ਹੈ, ਤੇ ਹੋਰ ਇਹਦੇ ਨਾਲ ਕੁਝ ਗੱਲਾਂ ਜੋੜੀਆਂ ਜਾਂਦੀਆਂ ਨੇ ਜੋ ਖਿਡਾਰੀਆਂ ਨੂੰ ਵੀ ਪੇਸ਼ ਆਉਂਦੀਆਂ ਨੇ। ਕਦੀ ਬਾਂਦਰ ਕਹਿ ਦਿੱਤਾ ਜਾਂਦਾ, ਕਦੀ ਚਿੰਪੈਂਜ਼ੀ ਕਹਿ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ, ਤੇ ਉਹ ਕੁੜੀ ਨੇ ਕੋਈ ਜਵਾਬ ਨਹੀਂ ਦਿੱਤਾ, ਉਹ ਰੋਂਦੀ ਰਹੀ, ਰੋਂਦੀ ਰਹੀ। ਸੋ ਇਹੋ ਜਿਹੇ ਵੇਲੇ ਇਹ ਲੋਕ ਕਾਨੂੰਨ ਕੋਲ ਜਾਂਦੇ ਨੇ ਕਿ ਸਾਨੂੰ ਮਾਹੌਲ ਚਾਹੀਦਾ ਹੈ, ਜਾਂ ਇਨਵਾਇਰਨਮੈਂਟ ਸਾਡੇ ਲਈ ਠੀਕ ਹੋਵੇ, ਜਿਸ ਅਸੀਂ ਕੰਮ ਕਰ ਸਕੀਏ। ਸੋ ਉਹ ਕਾਨੂੰਨ ਬਣਾਉਣੇ ਪਏ ਨੇ, ਉੱਥੇ ਵੀ ਬਣੇ ਨੇ, ਜਿਹਦੇ ਵਿੱਚ ਕਿ ਜੇ ਤੁਹਾਡੀ ਬੋਲੀ ਸਾਬਤ ਹੋ ਗਈ, ਤੁਸੀਂ ਕੁਝ ਗਲਤ ਕਿਹਾ, ਤਾਂ ਤੁਹਾਨੂੰ ਸਜ਼ਾ ਹੋਏਗੀ। ਜੇ ਤੁਸੀਂ ਮਾਹੌਲ ਸਾਰਾ ਉਲਟ ਰੱਖਿਆ ਹੋਇਆ ਹੈ ਵਰਕ ਪਲੇਸ ਦੇ ਵਿੱਚ, ਤਾਂ ਤੁਹਾਨੂੰ ਸਜ਼ਾ ਹੋਏਗੀ। ਇਸ ਦੇ ਉਲਟ ਵਿਊ ਦੇਖੋ ਕਿ ਡਾਈਵਰਸਿਟੀ, ਕਿਤੋਂ 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 ਲੋਕੀ ਆਉਂਦੇ ਨੇ, ਤੇ ਇੱਕ ਥਾਂ ਤੇ ਕੰਮ ਕਰ ਰਹੇ ਨੇ, ਜਾਂ ਪੜ੍ਹ ਰਹੇ ਨੇ, ਜਾਂ ਵਕੀਲ ਨੇ, ਕੁਝ ਵੀ ਸਮਝ ਲਓ, ਤੇ ਉਹ ਇੱਕ ਅਮੀਰੀ ਆਪਣੇ ਨਾਲ ਲਿਆਉਂਦੇ ਨੇ। ਉਹ ਤੁਹਾਡੇ ਨਾਲ ਕਲਚਰਲ ਐਟੀਟਿਊਡਸ ਲਿਆਉਂਦੇ ਨੇ। ਤੁਸੀਂ ਇੱਕ ਤਰ੍ਹਾਂ ਵੱਧ ਰਹੇ ਹੋ, ਤੁਹਾਨੂੰ ਦੂਸਰੀ ਤਰ੍ਹਾਂ ਨਾਲ ਜੀਣਾ ਸਿਖਾਉਂਦੇ ਨੇ। ਜਿਵੇਂ ਹੁਣ ਇੰਡੀਅਨ ਅਮਰੀਕਨਸ ਦਾ ਮਤਲਬ ਜੋ ਦੇਸੀ ਉੱਥੋਂ ਦੇ, ਜਿਨ੍ਹਾਂ ਨੂੰ ਇੰਡੀਅਨਸ ਕਿਹਾ ਜਾਂਦਾ, ਤੇ ਇੰਡੀਅਨ ਪੁਰਾਣੇ ਜਿਹੜੇ ਉੱਥੋਂ ਦੇ ਅਮਰੀਕੀ ਨੇ ਲੋਕ, ਉਹਨਾਂ ਨੂੰ, ਜਿਨ੍ਹਾਂ ਨੂੰ ਕੋਲੰਬਸ ਨੇ ਸਮਝ ਲਿਆ ਸੀ ਕਿ ਭਾਰਤੀ ਹੈ, ਤੇ ਇਸ ਕਰਕੇ ਉਹਨਾਂ ਦਾ ਨਾਮ ਇੰਡੀਅਨ ਰੱਖ ਦਿੱਤਾ। ਉਹ ਦੱਸਦੇ ਨੇ ਕਿ ਅਸੀਂ ਨਦੀਆਂ ਨੂੰ ਕਿਸ ਤਰ੍ਹਾਂ ਸਾਂਭਦੇ ਸੀ, ਅਸੀਂ ਜ਼ਮੀਨ ਨੂੰ ਕਿਸ ਤਰ੍ਹਾਂ ਸਾਂਭਦੇ ਸੀ। ਅਸੀਂ ਤਾਂ ਜ਼ਮੀਨ ਨੂੰ ਵਿੱਚ ਕੁਝ ਬੀਜਦੇ ਹੀ ਨਹੀਂ ਸੀ ਕਿ ਇਹਨੂੰ ਬੀਜਾਂਗੇ ਤੇ ਇਹਨੂੰ ਤਕਲੀਫ ਹੁੰਦੀ ਹੈ, ਤੇ ਅਸੀਂ ਜੋ ਕੁਝ ਜ਼ਮੀਨ ਸਾਨੂੰ ਦਿੰਦੀ ਸੀ ਉਹ ਖਾਂਦੇ ਸੀ। ਉਹਨੂੰ ਅਸੀਂ ਵਰਤਦੇ ਸੀ, ਜੋ ਜਾਨਵਰ ਸਾਨੂੰ ਮਿਲਦਾ ਸੀ ਮਾਰਨ ਨੂੰ, ਆਪਣੀ ਭੁੱਖ ਮਿਟਾਉਣ ਲਈ, ਅਸੀਂ ਉਸ ਨੂੰ ਨਿਭ ਕੇ, ਪ੍ਰਣਾਮ ਕਰਕੇ, ਤੇ ਫਿਰ ਅਸੀਂ ਉਸ ਨੂੰ ਮਾਰਨ ਦੀ ਉਸ ਤੋਂ ਹੀ ਇਜਾਜ਼ਤ ਲੈ ਕੇ ਤੇ ਖਾਂਦੇ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਐਟੀਟਿਊਡਸ ਨੇ, ਉਹ ਕੀ ਅਸੀਂ ਜਿੱਥੇ ਤੱਕ এনवायरमेंट ਦਾ ਮਾਹੌਲ ਆਲਾ ਦੁਆਲਾ ਪਹੁੰਚਿਆ ਹੋਇਆ ਹੈ, ਇਹ ਕਿੰਨਾ ਕੁਝ ਦੇ ਸਕਦੇ ਨੇ ਐਟੀਟਿਊਡਸ, ਇਹਨਾਂ ਬਾਰੇ ਪੜ੍ਹਿਆ ਜਾ ਰਿਹਾ। ਇਹ ਆਂਦਾ ਕਿ ਜਿਹੜੀ ਇਹ ਸਟਰਗਲ ਹੈ, ਇਹਨੂੰ ਕਾਲਾ ਵਰਸਸ ਚਿੱਟਾ ਬਣਾ ਕੇ ਵੇਖਿਆ ਜਾਂਦਾ ਹੈ। ਉਹਦੇ ਦੋ ਤਰੀਕੇ ਨੇ ਕਿ ਸਾਰਿਆਂ ਨੂੰ ਜੋ ਚਿੱਟੇ ਨਹੀਂ ਉਹਨਾਂ ਨੂੰ ਕਾਲੇ ਸਮਝਿਆ ਜਾਂਦਾ, ਜਾਂ ਇੱਕ ਤਰੀਕੇ ਦੇ ਨਾਲ ਕਾਲਿਆਂ ਦੇ ਖਿਲਾਫ ਹੈ ਇਹ ਚੀਜ਼, ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਦੇਖੋ ਏਸ਼ੀਅਨ ਅਮਰੀਕਨ ਆਏ ਨੇ, ਇੰਡੀਅਨ ਆਏ ਨੇ ਭਾਰਤ ਤੋਂ, ਤੇ ਉਹ ਵੀ ਤਾਂ ਤਰੱਕੀ ਕਰ ਗਏ ਨੇ, ਤੁਸੀਂ ਕਿਉਂ ਨਹੀਂ ਕਰ ਰਹੇ? ਜਿਊਜ਼ ਕਿੰਨੀ ਤਰੱਕੀ ਕਰ ਗਏ ਨੇ, ਤੁਸੀਂ ਕਿਉਂ ਨਹੀਂ ਕਰ ਸਕਦੇ? ਤੁਹਾਡੇ 'ਚ ਹੀ ਕੋਈ ਕਮੀ ਹੈ। ਸੋ ਉਹਨਾਂ ਦੇ ਖਿਲਾਫ ਇਹਨੂੰ ਵਰਤਿਆ ਜਾਂਦਾ। ਫਿਰ ਰੇਸ ਥਿਓਰੀ ਵਾਲੇ ਜੋ ਆਪਾਂ ਪੜ੍ਹ ਰਹੇ ਹਾਂ ਕਿਤਾਬ, ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸ ਰਹੀ ਹਾਂ, ਉਹ ਦੱਸਦੇ ਨੇ ਕਿ ਜਿਹੜਾ ਇੱਕ ਗਰੀਬ ਚਿੱਟਾ ਆਦਮੀ ਹੈ, ਪਰਿਵਾਰ ਹੈ, ਉਹਨੂੰ ਤਕਰੀਬਨ ਇੱਕ ਜਨਰੇਸ਼ਨ ਦੇ ਵਿੱਚ, ਇੱਕ ਪੀੜ੍ਹੀ 'ਚ ਉਹ ਗਰੀਬੀ ਤੋਂ ਨਿਜਾਤ ਪਾ ਲੈਂਦਾ ਉੱਥੇ ਅਮਰੀਕਾ 'ਚ। ਏਸ਼ੀਅਨ ਅਮਰੀਕਨ, ਜਿਊਜ਼, ਉਹ ਵੀ ਨਿਜਾਤ ਪਾਉਂਦੇ ਜਾਂਦੇ ਨੇ, ਲੇਕਿਨ ਕਾਲੇ ਜੋ ਨੇ ਉਹਨਾਂ ਨੂੰ ਕਦੇ ਨਿਜਾਤ ਨਹੀਂ ਮਿਲਦੀ। ਉਹ ਉਸ ਚੀਜ਼ ਦੇ ਵਿੱਚ ਫਸੇ ਹੋਏ, ਤੇ ਇਸ ਕਰਕੇ ਜਿਹਨੂੰ ਅਸੀਂ ਕਹਿੰਦੇ ਨੇ ਕਿ ਹਾਂਦਰੂ ਸਰਗਰਮੀ, ਉਹਨਾਂ ਦੇ ਹੱਕ ਵਿੱਚ ਜਾਣ ਵਾਲੀ, ਉਹਨਾਂ ਦੀ ਸਾਂਭ ਕਰਨ ਵਾਲੀ ਸਰਗਰਮੀ ਦੀ, ਪਹਿਲ ਕਦਮੀ ਦੀ ਲੋੜ ਹੈ। ਉਹ ਉਹਨਾਂ ਦੇ ਬਾਰੇ, ਕਾਲਿਆਂ ਦੇ ਬਾਰੇ ਇਸ ਤਰ੍ਹਾਂ ਕਹਿ ਦੇਣਗੇ ਇਹ ਤੇ ਸ਼ਰਾਬੀ ਨੇ, ਨਸ਼ੇੜੀ ਨੇ, ਇਹਨਾਂ ਨੇ ਤੇ ਵਿਆਹ ਤੋਂ ਬਾਹਰ ਬੱਚੇ ਹੁੰਦੇ ਨੇ, ਬਹੁਤ ਇਹਨਾਂ ਦੇ ਲੇਜ਼ੀ ਨੇ, ਆਲਸੀ ਨੇ, ਡਰੱਗਸ ਕਰਦੇ ਨੇ, ਇਹਨਾਂ ਦਾ ਕੁਝ ਨਹੀਂ ਹੋ ਸਕਦਾ। ਤੇ ਇਹਨਾਂ ਨੂੰ ਥਾਂ ਦੇਣੀ, ਕੋਈ ਥਾਂ ਬਣਾਉਣੀ, ਮੈਰਿਟ ਨੂੰ ਥੱਲੇ ਲਿਆਉਣਾ ਹੈ, ਤੇ ਇਸ ਕਰਕੇ। ਤੇ ਉਹਦੇ ਸਾਹਮਣੇ ਫਿਰ ਉਹ ਜਵਾਬ ਦਿੰਦੇ ਨੇ ਕਿ ਜਿੰਨੇ ਵੀ ਬਲੈਕ ਅਮਰੀਕਨਸ ਨੂੰ ਖਾਸ ਰਿਆਇਤ ਦੇ ਨਾਲ ਅੱਛੀਆਂ ਥਾਵਾਂ ਤੇ ਰਹਿਣਾ, ਪੜ੍ਹਨਾ ਮਿਲਿਆ ਹੈ, ਉਹ ਡਾਕਟਰ ਬਣੇ ਨੇ, ਕੁਝ ਵੀ ਬਣੇ ਨੇ, ਵਕੀਲ ਬਣੇ ਨੇ, ਉਹਨਾਂ ਨੇ ਅੱਗੇ ਆ ਕੇ ਆਪਣੀ ਕਮਿਊਨਿਟੀ ਲਈ ਫ੍ਰੀ ਵੀ ਕੰਮ ਕੀਤਾ, ਤੇ ਉਹ ਬੜੇ ਅੱਛੀ ਤਰ੍ਹਾਂ ਰਿਸਪੌਂਸਿਬਲੀ ਉਹਨਾਂ ਨੇ ਇਹ ਸਾਰਾ ਕੀਤਾ, ਤੇ ਇਹਨਾਂ ਚੀਜ਼ਾਂ ਦੀ ਮਦਦ ਹੁੰਦੀ ਹੈ। ਤੇ ਉਹਨਾਂ ਨੂੰ ਮਾਰਕੀਟ ਫੋਰਸਿਸ ਤੇ ਨਾ ਛੱਡੋ, ਜਿਹੜੀਆਂ ਕਿ ਜੰਗਲੀ ਹੁੰਦੀਆਂ ਨੇ, ਜਿਹੜੀਆਂ ਕਿ ਸਿਰਫ ਖਾਣਾ ਜਾਣਦੀਆਂ ਨੇ, ਉਹਨਾਂ ਨੂੰ ਆਪਣੇ ਨਫਿਆਂ ਦਾ ਪਤਾ ਹੈ, ਤੇ ਉਹਨਾਂ ਨੂੰ ਇੱਕ ਮਦਦਗਾਰੀ ਹੱਥ ਦੀ ਲੋੜ ਹੈ। ਇਹ ਨਹੀਂ ਕਿ ਜੋ ਵੀ ਮੈਰਿਟ ਤੇ ਆਏਗਾ, ਇਹ ਟੈਸਟ ਪਾਸ ਕਰੇਗਾ, ਉਹੀ ਆਏਗਾ। ਕਿਉਂਕਿ ਜੋ ਇੱਕ ਅਮਰੀਕਾ 'ਚ ਤਰੀਕੇ ਨੇ ਕਿ ਕਾਲੇ ਇੱਕ ਨੇਬਰਹੁੱਡ, ਇੱਕ ਮੁਹੱਲੇ 'ਚ, ਇਲਾਕੇ 'ਚ ਰਹਿ ਰਹੇ ਨੇ, ਚਿੱਟੇ ਇੱਕ ਇਲਾਕੇ 'ਚ ਰਹਿ ਰਹੇ ਨੇ, ਤੇ ਜੋ ਕਾਲਾ ਇਲਾਕਾ ਹੈ ਉਹਦੇ ਵਿੱਚ ਸਕੂਲ ਵੀ ਉਸ ਹਿਸਾਬ ਦਾ ਹੋਏਗਾ, ਤੇ ਯੂਨੀਵਰਸਿਟੀ, ਕਾਲਜ ਵੀ ਉਹਨਾਂ ਨੂੰ ਉਸ ਹਿਸਾਬ ਦੇ ਹੀ ਮਿਲਣਗੇ, ਤੇ ਉਹਨਾਂ ਦੀ ਰੁਜ਼ਗਾਰ ਦੇ ਉੱਤੇ ਵੀ ਜਿਹੜੀ ਉਹਦੀ ਪੋਸੀਬਿਲਿਟੀ ਹੈਗੀ, ਸੰਭਾਵਨਾ, ਉਸ 'ਤੇ ਵੀ ਉਹੀ ਅਸਰ ਪੈਣਾ।
ਤੇ ਲੋਕੀ ਜੋ ਨੇ ਉਹ ਇਤਿਹਾਸ ਦੇ ਵਿੱਚ ਇੱਕ ਵੱਡਾ ਕਥਨ ਜੇਮਸ ਬਾਲਡਵਿਨ ਨੇ ਕਿਹਾ ਹੈ, ਬੜਾ ਇੰਟਰਸਟਿੰਗ ਹੈ, ਕਿ ਲੋਕੀ ਇਤਿਹਾਸ ਦੇ ਵਿੱਚ ਕੈਦ ਨੇ ਤੇ ਇਤਿਹਾਸ ਲੋਕਾਂ 'ਚ ਕੈਦ। ਸੋ ਕੁਝ ਇਸ ਤਰ੍ਹਾਂ ਦਾ ਹਾਲਾਤ ਨੇ। ਹੁਣ ਇਹ CRT ਕ੍ਰਿਟੀਕਲ ਰੇਸ ਥਿਓਰੀ ਬਾਰੇ ਇੱਕ ਲੈਫਟਿਸਟ ਸਟੈਂਡ ਹੈ, ਜੋ ਇੱਕ ਆਬਜੈਕਟਿਵ ਸਟੈਂਡ ਹੈ। ਉਹ ਇਹ ਹੈ ਕਿ ਕਲਾਸ ਜੋ ਹੈ ਉਹਨੇ ਇਹ ਸਭ ਕੰਮ ਕਰਨਾ ਹੀ ਹੁੰਦਾ, ਤੇ ਉਹਨੇ ਜਿੱਦਾਂ ਹੁਣ ਲੈਟਿਨ ਅਮਰੀਕਾ ਨੂੰ ਲੁੱਟ ਕੇ ਇਲਾਕਾ ਹੀ ਲੈ ਲਿਆ 18ਵੀਂ ਸਦੀ 17ਵੀਂ ਸਦੀ ਜਦੋਂ ਵੀ, ਤੇ ਉੱਥੋਂ ਦੇ ਲੋਕ ਭੁੱਖੇ ਹੋ ਕੇ ਤੇ ਇੱਥੇ ਕੰਮ ਲੱਭਣ ਆ ਰਹੇ ਨੇ, ਤੇ ਇਹੋ ਜਿਹੇ ਹਾਲਾਤ ਨੇ। ਤੇ ਇਹ ਜਦ ਤੱਕ ਕਿ ਪੂਰਾ ਕੁਝ ਨਹੀਂ ਬਦਲੇਗਾ, ਕੁਝ ਨਹੀਂ ਬਦਲੇਗਾ। ਤੇ ਦੂਸਰਾ ਇੱਕ ਹੋਰ ਤਰੀਕਾ ਹੈ ਕਿ ਡਾਇਲੋਗ, ਗੱਲਬਾਤ ਚੱਲਦੀ ਰਹੇ, ਕਿਉਂਕਿ ਕਹਾਣੀ ਨੂੰ ਕੱਢੀ ਜਾਓ, ਫੋਲੀ ਜਾਓ, ਤੇ ਗੱਲਬਾਤ, ਕੇਸ, ਕਾਨੂੰਨ, ਰਿਸਰਚ, ਕਹਾਣੀਆਂ ਇਕੱਠੀਆਂ ਕਰੀ ਜਾਓ ਤਾਂ ਕਿ ਇੱਕ ਗੱਲ ਬਣ ਸਕੇ ਕਿ ਕੀ ਹੋ ਰਿਹਾ। ਜਿਵੇਂ ਫੋਰ ਐਗਜ਼ਾਮਪਲ ਉਹ ਸਾਫ਼ ਦੱਸਦੇ ਨੇ, ਜੋ ਦੂਰੀ ਚੌਰੀ ਮਾਰ ਬਾਰੇ ਗੱਲ ਕੀਤੀ ਹੈ, ਕੋਈ ਔਰਤ ਵੀ ਹੈ ਤੇ ਉਹਨੇ ਆਪਣੇ ਬੱਚੇ ਨੂੰ, ਬੱਚਾ ਵੀ ਹੋ ਸਕਦਾ ਉਹਦਾ ਘਰ ਵਾਲਾ ਉਹਨੂੰ ਛੱਡ ਹੀ ਗਿਆ ਹੋਵੇ, ਤੇ ਬੱਚਾ ਵੀ ਉਹਨੇ ਖੁਦ ਪਾਲਣਾ ਹੈ, ਉਹਨੇ ਕੰਮ ਵੀ ਕਰਨਾ ਹੈ, ਫਿਰ ਉਹ ਬਲੈਕ ਵੂਮਨ ਵੀ ਹੈ, ਫਿਰ ਉਹ ਇਸ ਤਰ੍ਹਾਂ। ਸੋ ਉਹਦੀ ਹਿਸਟਰੀ ਵੀ, ਉਹਦੇ ਕੋਲ ਰਿਲੇਟਿਵਸ ਵੀ ਨਸ਼ੇ ਦੇ ਨੇ, ਕੁਝ ਵੀ ਇਹੋ ਜਿਹਾ ਹੋ ਸਕਦਾ। ਤੇ ਇਹ ਸਾਰਿਆਂ ਦੀਆਂ ਕਹਾਣੀਆਂ ਆਪਸ 'ਚ ਜੁੜੀਆਂ ਹੋਈਆਂ ਵੀ ਨੇ। ਇਹ ਕੋਈ ਵੱਖਰੇ ਵੱਖਰੇ ਗਰੁੱਪ ਨਹੀਂ ਕਿ ਜੀ ਇਹ ਬਲੈਕਸ ਨੇ, ਇਹ ਜੀ ਜਿਹੜੇ ਹੈਗੇ ਨੇ ਐਲਕੋਹਲਿਕਸ ਨੇ, ਇਹ ਇੱਕ ਇੱਕ ਮਾਰ ਅਲੱਗ ਨਹੀਂ ਹੈ, ਸਾਰੀਆਂ ਇਕੱਠੀਆਂ ਵੀ ਤੇ ਆਪਸ ਜੁੜੀਆਂ ਹੁੰਦੀਆਂ ਨੇ। ਤੇ ਇਹ ਕਹਾਣੀਆਂ ਨੂੰ, ਪਰਸਨਲ ਸਟੋਰੀਜ਼ ਨੂੰ ਕੱਢਣਾ, ਸ਼ੇਅਰ ਕਰਨਾ, ਉਹਨਾਂ ਲਈ ਲੜਨਾ ਜ਼ਰੂਰੀ ਹੈ ਤਾਂ ਕਿ ਇਹ ਗੱਲਾਂ ਬਾਤਾਂ ਵੱਧਦੀਆਂ ਜਾਣ। ਸੋ ਦੋਵੇਂ ਚੀਜ਼ਾਂ ਇਕੱਠੀਆਂ ਚੱਲਣੀਆਂ। ਤੇ ਇਹ ਕਹਿੰਦੇ ਨੇ ਕਿ ਬਲੈਕਸ ਨੂੰ ਲਗਾਤਾਰ, ਬਲੈਕਸ ਦਾ ਮਤਲਬ ਅਸੀਂ ਤੋਂ ਲੈ ਕੇ ਸਾਰਿਆਂ ਦੀ ਗੱਲ ਕਰ ਰਹੇ ਹਾਂ, ਲਗਾਤਾਰ ਸ਼ਾਮਲ ਕਰਦੇ ਰਹਿਣਾ ਚਾਹੀਦਾ ਸਿਸਟਮ ਦੇ ਵਿੱਚ, ਕਿਉਂਕਿ ਉਹਨਾਂ ਨੇ ਹੀ ਅੱਗੇ ਆ ਕੇ ਆਪਣੇ ਲਈ ਵੀ ਕਾਨੂੰਨ ਬਣਾਉਣੇ ਨੇ। ਆਪ ਉਹ ਕਿਸ ਤਰ੍ਹਾਂ ਦੇ ਕਾਨੂੰਨਾਂ, ਕਿਉਂਕਿ ਵਾਈਟਸ ਨੂੰ ਕੁਝ ਗੱਲਾਂ ਸਮਝ ਹੀ ਨਹੀਂ ਆਉਣਗੀਆਂ, ਜਾਂ ਕੋਈ ਜੱਜ ਨੂੰ ਗੱਲ ਸਮਝ ਹੀ ਨਹੀਂ ਆਏਗੀ ਜੋ ਬਲੈਕ ਜੱਜ ਨੂੰ ਸਮਝ ਆਏਗੀ। ਇਹਦਾ ਮੈਂ ਅੱਗੇ ਜਾ ਕੇ ਕੋਈ ਐਗਜ਼ਾਮਪਲ ਵੀ ਦਿਆਂਗੀ। ਇਸ ਚੀਜ਼ ਨੂੰ ਪੋਪ ਫਰਾਂਸਿਸ ਜੋ ਹੈ, ਬੜੀ ਅੱਛੀ ਗੱਲ ਹੈ, ਜੋ ਹੈਡ ਨੇ ਕੈਥੋਲਿਕਸ ਦੇ, ਉਹਨਾਂ ਨੇ ਮਤਲਬ ਪਹਿਚਾਣਿਆ ਤੇ ਲਫ਼ਜ਼ ਮੂੰਹ ਕੱਢੇ ਨੂੰ। ਆਪ ਲੈਟਿਨ ਅਮਰੀਕਨ ਹੈਗੇ ਨੇ ਤੇ ਉਹਨਾਂ ਨੇ ਇਹ ਲਫ਼ਜ਼ ਮੂੰਹ ਕੱਢੇ ਨੇ। ਜੈਂਡਰ ਦੇ ਬਾਰੇ ਵੀ ਉਹ ਗੱਲ ਕਰਦੇ ਨੇ ਕਿ ਜੋ ਔਰਤ ਮਰਦ ਦੇ ਵਿਤਕਰੇ ਬਾਰੇ ਵੀ, ਕੋਈ ਉਹ ਸੈਕਸ਼ੂਅਲ ਐਕਸਪਲੋਇਟੇਸ਼ਨ ਬਾਰੇ ਜੋ ਹੈਗੀ ਹੈ, ਉਹ ਵੀ ਜੋ ਬਹੁਤ ਬਹੁਤ ਹੀ ਹੋਇਆ ਹੈ ਬੱਚਿਆਂ ਦੇ ਨਾਲ, ਕੈਥੋਲਿਕ ਪ੍ਰੀਸ ਦੇ ਹੱਥੀਂ, ਉਹ ਵੀ ਉਹਦੀ ਵੀ ਗੱਲ ਕਰਦੇ ਨੇ, ਤੇ ਨਸਲ ਦੀ ਵੀ ਗੱਲ ਕਰਦੇ ਨੇ। ਇਸ ਕਰਕੇ ਇਹ ਇੱਕ ਪੋਜ਼ੀਟਿਵ ਸਾਈਨ ਹੈ। ਇਹ CRT ਵਾਲੇ ਜੋ ਹੈਗੇ ਕ੍ਰਿਟੀਕਲ ਰੇਸ ਥਿਓਰੀ, ਆਪਣੀਆਂ ਜਿੱਤਾਂ ਵਿੱਚ ਦਿਖਦੇ ਨੇ ਇਹੋ ਜਿਹੀਆਂ ਗੱਲਾਂ। ਕਿਉਂਕਿ ਦੇਖੋ ਇਹ ਕਿੰਨੀ ਅਜੀਬ ਗੱਲ ਹੈ ਜੋ ਪੜ੍ਹਨ 'ਚ ਮਿਲੀ ਹੈ ਕਿ ਬਲੈਕ ਮੇਲ ਯੂਥ, ਉਹ ਬਹੁਤਾ ਤੁਹਾਨੂੰ ਜੇਲ੍ਹਾਂ 'ਚ ਲੱਭੇਗਾ, ਉੱਥੇ ਕਾਲਜਾਂ 'ਚ ਘੱਟ। ਇਹ ਕਿੱਡੀ ਵੱਡੀ ਤਰਾਸਦੀ ਹੈ। ਤੇ ਇੱਥੋਂ ਤੱਕ ਕਿ ਜੇਲ੍ਹਾਂ ਵਿੱਚ ਥਾਂ ਵੀ ਨਹੀਂ, ਤੇ ਇੰਨਾ ਵੱਡਾ ਖਰਚਾ ਉਹਨਾਂ ਨੂੰ ਉੱਥੇ ਰੱਖਣ ਦਾ ਵੱਖਰਾ ਹੈ ਜੋ ਐਜੂਕੇਸ਼ਨ 'ਚ ਜਾ ਸਕਦਾ। ਤੇ ਇਸ ਤੋਂ ਇਲਾਵਾ ਬਹੁਤ ਸਖਤ ਸੈਂਟੈਂਸਿਸ, ਜੇ ਕਿਸੇ ਨੂੰ 1 ਸਾਲ ਦੀ ਸਜ਼ਾ ਦਿੱਤੀ ਹੋਈ ਹੈ ਤਾਂ ਹੋ ਸਕਦਾ ਉਹਨੂੰ ਮਹੀਨੇ ਦੀ ਲੋੜ ਹੋਵੇ, ਜਿਹਨੂੰ ਮਹੀਨੇ ਦੀ ਦਿੱਤੀ ਹੋ ਸਕਦਾ ਉਹਨੂੰ 1 ਦਿਨ ਦੀ ਲੋੜ ਹੋਵੇ। ਸੋ ਇਹ ਇੱਕ ਚੱਲਦਾ ਰਹਿੰਦਾ ਹੈ ਦੋਨੋਂ ਕਮਿਊਨਿਟੀਜ਼ ਦੇ ਵਿੱਚ ਕਿ ਸਜ਼ਾ ਕਿੰਨੀ ਹੋਵੇ। ਤਾਂ CRT ਵਾਲੇ ਕਹਿੰਦੇ ਨੇ ਕਿ ਦੇਖੋ, ਜੇ ਇੱਕ ਜੱਜ ਨੇ ਵੀ ਕਿਹਾ ਉੱਥੇ ਕਿ ਦੇਖੋ, ਜੇ ਤੁਸੀਂ ਜ਼ਿਆਦਾ ਦੇਖੋ ਟ੍ਰੈਫਿਕ ਆ ਰਿਹਾ ਹੈ, ਤੇ ਜੇ ਤੁਸੀਂ ਕਾਲਿਆਂ ਨੂੰ ਜ਼ਿਆਦਾ ਰੋਕੋਗੇ, ਵਾਈਟਸ ਨੂੰ ਰੋਕੋਗੇ ਹੀ ਨਹੀਂ, ਤਾਂ ਕੁਦਰਤੀ ਹੈ ਕਿ ਵੀ ਆਪਣੇ ਕਾਗਜ਼ ਦਿਖਾ ਜਾਂ ਆਪਣਾ ਲਾਇਸੈਂਸ ਦਿਖਾ ਜਾਂ ਕੁਝ ਵੀ ਹੈ, ਕਿ ਉਹੀਓ ਜ਼ਿਆਦਾ ਜੇਲ੍ਹਾਂ ਵਿੱਚ ਜਾਣਗੇ ਜਾਂ ਉਹਨਾਂ 'ਤੇ ਸਜ਼ਾਵਾਂ ਹੋਣਗੀਆਂ। ਸੋ ਇਹ ਇਸ ਦੇਖਣ ਪਰਖਣ ਦੇ ਵਿੱਚ ਵੀ ਇੱਕ ਬਹੁਤ ਵੱਡਾ ਫਰਕ ਹੈ। ਇਸ ਸਭ ਚੀਜ਼ ਦੇ ਨਾਲ ਜੋ ਜ਼ਾਤਾਂ ਬਾਰੇ, ਇਹ ਨਹੀਂ ਕਿ ਬਾਹਰ ਸਾਡੇ ਅੰਦਰ ਵੀ ਚੱਲਦੀਆਂ ਹੀ ਨੇ ਜੀ, ਇਹ ਫਲਾਣੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ, ਇਸ ਤਰ੍ਹਾਂ ਹੁੰਦੇ ਨੇ, ਇਸ ਤਰ੍ਹਾਂ ਹੁੰਦੇ। ਇੱਕ ਹਿਊਮਨ ਜੈਨੋਮ ਸਟੱਡੀ ਚੱਲ ਰਹੀ ਹੈ ਸਾਇੰਟੀਫਿਕ, ਬਹੁਤ ਵੱਡੀ, ਜੋ ਇੱਕੋ ਵਾਰੀ ਸਾਬਤ ਕਰ ਸਕਦੀ ਹੈ ਕਿ ਜੋ ਇਹ ਪੁਰਾਣੇ ਵਿਚਾਰ ਨੇ, ਵਿਗਿਆਨਕ ਕਹੇ ਜਾਂਦੇ ਸਨ, ਉਹ ਜਿਹੜੇ ਪੁਰਾਣੀਆਂ ਸਾਇੰਸਾਂ ਨੇ ਵੀ ਫਲਾਣੇ ਘਟੀਆ ਹੁੰਦੇ ਨੇ, ਹੁੰਦੇ ਹੀ ਘਟੀਆ ਨੇ, ਇਹ ਚੀਜ਼ਾਂ ਨੂੰ ਖ਼ਤਮ ਕਰਨ ਲਈ ਇਹ ਗੱਲਾਂ। ਹੁਣ ਇੱਥੇ ਮੈਂ ਇੱਕ ਬੜੀ ਫਿਲਮ, ਇੱਕ ਦਿੱਲੀ CPI ਦੇ ਜਿਹੜਾ ਹੈਡ ਹੈਗਾ ਦਫ਼ਤਰ, ਉਹਦੇ 'ਚ ਹੀ ਫਿਲਮਾਂ ਦੇਖੀਆਂ ਸੀ। ਇੱਕ ਫੁੱਟਬਾਲ ਫਿਲਮ ਸੀ ਜਿਹਦੇ 'ਚ ਨਾਜ਼ੀ ਜਰਮਨੀ ਦੇ ਵਿੱਚ ਹਿਟਲਰ ਇੱਕ ਫੁੱਟਬਾਲ ਮੈਚ ਦੇਖ ਰਿਹਾ ਹੈ,
ਜਿਹਦੇ ਇੱਕ ਪਾਸੇ ਜਰਮਨ ਨੇ ਤੇ ਇੱਕ ਪਾਸੇ ਖਿਡਾਰੀ ਜੋ ਨੇ ਉਹ ਕੈਦੀ, ਪੋਲੈਂਡ ਦੇ ਕੈਦੀ ਨੇ, ਤੇ ਉਹ ਜਰਮਨ ਦਾ ਮਤਲਬ ਉਹ ਜਿਊਜ਼ ਨੇ ਜਾਂ ਤੇ ਉਹਨਾਂ 'ਚ ਮੈਚ ਹੁੰਦਾ ਤੇ ਉਹ ਪੋਲੈਂਡ ਵਾਲੇ ਜਿੱਤ ਜਾਂਦੇ ਨੇ। ਤੇ ਹਿਟਲਰ ਕੋਲੋਂ ਇੰਨਾ ਜ਼ਿਆਦਾ ਮਤਲਬ ਇਹ ਤਕਲੀਫ ਹੁੰਦੀ ਹੈ ਕਿ ਉਹਨਾਂ ਸਾਰਿਆਂ ਨੂੰ ਉੱਥੇ ਹੀ ਮਾਰ ਦਿੱਤਾ ਜਾਂਦਾ, ਜਿਹੜੇ ਕਿ ਜਿੱਤੇ ਨੇ ਮੈਦਾਨ ਦੇ ਵਿੱਚ। ਸੋ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ, ਫਿਰ ਮੈਨੂੰ ਪ੍ਰੇਮਚੰਦ, ਮੁਨਸ਼ੀ ਪ੍ਰੇਮਚੰਦ ਦੀ ਯਾਦ ਆਉਂਦੀ, ਜਦੋਂ ਬਚਪਨ 'ਚ ਖੇਡਦਾ ਸੀ ਗੁੱਲੀ ਡੰਡਾ, ਤੇ ਇੱਕ ਮੁੰਡਾ ਉਹਨਾਂ ਨੂੰ ਹਰਾਉਂਦਾ ਸੀਗਾ, ਜਿਸ ਤੋਂ ਉਹਨਾਂ ਨੂੰ ਆਸ ਨਹੀਂ ਸੀ ਕਿ ਮੈਂ ਹਾਰਾਂਗਾ, ਤੇ ਵੀ ਇਹ ਮੈਨੂੰ ਹਰਾ ਗਿਆ। ਵੱਡੇ ਹੋ ਕੇ ਐਡਾ ਵੱਡਾ ਅਫਸਰ ਬਣ ਕੇ ਵੀ ਕਹਿੰਦੇ ਯਾਰ ਇੱਕ ਵਾਰੀ ਆਪਾਂ ਗੁੱਲੀ ਡੰਡਾ ਖੇਡਣਾ ਫਿਰ। ਸੋ ਮਤਲਬ ਇਹ ਚੀਜ਼ਾਂ ਜੋ ਰੜਕਦੀਆਂ ਨੇ ਸਾਨੂੰ ਅੰਦਰੋਂ ਅੰਦਰੀ, ਤੇ ਇਹ ਕਿਸ ਤਰ੍ਹਾਂ ਦੀਆਂ ਨੇ, ਇਹਨਾਂ ਨੂੰ ਪਰਖਣਾ, ਇਹ ਕਿੰਨੇ ਕੁ ਸੱਲ ਨੇ, ਕਿੰਨੀਆਂ ਕੁ ਤਕਲੀਫ ਹੈ ਇਸ ਚੀਜ਼ ਦੀ। ਜੇ ਅਸੀਂ ਇਹਨੂੰ ਪਹਿਚਾਣਾਂਗੇ ਹੀ ਨਹੀਂ ਤਾਂ ਇਸ ਨੂੰ ਆਵਾਜ਼ ਕਿੱਥੋਂ ਮਿਲਣੀ ਹੈ? ਆਵਾਜ਼ ਨਹੀਂ ਮਿਲਣੀ ਤੇ ਹੋਰ ਲੋਕ ਉਹਨਾਂ ਲਈ ਗੱਲ ਕਰਨਗੇ, ਹੋਰ ਲੋਕ ਗੱਲ ਕਰਨਗੇ ਤੇ ਉਹਨਾਂ ਦੇ ਲਈ ਜੋ ਜ਼ਰੂਰੀ ਗੱਲ ਹੈ ਉਹ ਨਹੀਂ ਹੋ ਰਹੀ ਹੋਏਗੀ। ਜੋ ਨੇਟਿਵ ਅਮਰੀਕਨ, ਦੇਸੀ ਅਮਰੀਕੀ ਮੈਂ ਦੱਸਿਆ ਸੀ, ਜਿਹਨਾਂ ਨੂੰ ਇੰਡੀਅਨ ਅਮਰੀਕਨ ਕਿਹਾ ਜਾਂਦਾ ਹੈ, ਉਹਨਾਂ ਦੇ ਵਾਸਤੇ ਇੱਕ ਕਾਨੂੰਨ ਇੱਕ ਵੇਲੇ ਪਾਸ ਹੋ ਗਿਆ ਕਿ ਹੁਣ ਤੁਸੀਂ ਇੱਕ ਕੌਮ ਵਾਂਗ ਆਪਣੇ ਲਈ ਵਕਾਰ ਉਸ ਤਰੀਕੇ ਨਾਲ ਨਹੀਂ ਸਾਡੇ ਕੋਲੋਂ ਮੰਗੋ। ਇਹਦੇ ਸਾਹਮਣੇ ਇਹ ਚੀਜ਼ਾਂ ਹੈ ਕਿ ਹੁਣ ਅੱਜ ਕੱਲ੍ਹ ਦੇ ਵਿੱਚ ਹੀ ਹੋਇਆ ਕਿ ਆਸਟ੍ਰੇਲੀਆ ਦੇ ਵਿੱਚ ਜੋ ਐਬੋਰੀਜਨੀਜ਼ ਨੇ, ਉਹਨਾਂ ਦੀ ਲੜਾਈ ਕਿੰਨੀ ਲਗਾਤਾਰ ਚੱਲੀ ਹੈ, ਤੇ ਉਹਨਾਂ ਨੇ ਮਤਲਬ ਕਿ ਉਸ ਇਲਾਕੇ ਵਿੱਚ ਸ਼ਹਿਰ ਵੀ ਵੱਡੇ ਵੱਡੇ ਆਉਂਦੇ ਨੇ, ਜੋ ਜੱਜ ਨੂੰ ਐਲਾਨ ਕਰਨਾ ਪਿਆ ਕਿ ਇਹ ਸਾਰਾ ਇਲਾਕਾ ਇਹਨਾਂ ਦਾ, ਅਸੀਂ ਇਹਨਾਂ ਦੇ ਇਲਾਕੇ 'ਚ ਸ਼ਹਿਰ ਬਣਾਇਆ ਹੋਇਆ। ਸੋ ਇਹ ਜੋ ਚੀਜ਼ਾਂ ਨੇ, ਇਹ ਭਾਵੇਂ ਇਹ ਨਾਮ ਨੂੰ ਹੋਣ, ਉਹਨਾਂ ਨੂੰ ਉਸ ਸ਼ਹਿਰ 'ਚ ਕੁਝ ਮਿਲ ਨਹੀਂ ਜਾਣਾ, ਲੇਕਿਨ ਇਸ ਨਾਲ ਜੋ ਵਕਾਰ ਪੈਦਾ ਹੁੰਦਾ ਹੈ, ਜੋ ਸਦੀਆਂ ਦਾ ਸੱਲ ਹੈ, ਉਹਦੇ ਵਿੱਚ ਬਹੁਤ ਫਰਕ ਪੈਂਦਾ। ਫਿਰ ਅੱਗੇ ਦੱਸਦੇ ਨੇ ਜੋ ਅਸੀਂ ਕਿਤਾਬਾਂ, ਟੀਵੀ, ਪੋਪੂਲਰ ਕਲਚਰ, ਜਿਹਨੂੰ ਮਤਲਬ ਫਿਲਮਾਂ ਹੋ ਗਈਆਂ, ਗਾਣੇ ਹੋ ਗਏ, ਉਹਨਾਂ ਦੇ ਵਿੱਚ ਨਫ਼ਰਤ ਫੈਲਾਉਂਦੇ, ਉਹਨਾਂ ਦੇ ਰਾਹੀਂ ਇੱਕ ਨਫ਼ਰਤ ਲਗਾਤਾਰ ਫੈਲਾਈ ਜਾਂਦੀ ਹੈ। ਮੈਂ ਹੁਣ ਆਪਣੇ ਗਿੱਧੇ ਬਾਰੇ ਹੀ ਸੋਚ ਰਹੀ ਸੀ, ਪੰਜਾਬ ਦੇ ਜਾਂ ਭੰਗੜੇ ਦੀਆਂ ਬੋਲੀਆਂ, ਇਹਦੇ ਵਿੱਚ ਜਾਂ ਜੋ ਲੋਕ ਗੀਤ ਨੇ, ਵਿਆਹਾਂ ਦੇ ਜੋ ਗੀਤ ਨੇ, ਉਹਦੇ ਵਿੱਚ ਨੈਣ ਨਕਸ਼, ਰੰਗ ਰੂਪ ਦੇ ਬਾਰੇ ਮਖੌਲ ਕੀਤੇ ਜਾਂਦੇ ਨੇ। ਮੇਰੇ ਸਾਹਮਣੇ ਹੁਣ ਗਾਉਂਦਿਆਂ ਗਾਉਂਦਿਆਂ ਕੋਈ ਤੇ ਰੁਕ ਗਏ, ਕਾਲੀ ਨਾਲ ਨਹੀਂ ਵਿਆਹਣਾ, ਲੋਕਾਂ ਭਾਣੇ ਤਾਂ ਤਵੇ ਦਾ ਪੁੱਠਾ ਪਾਸਾ, ਲੋਕਾਂ ਭਾਣੇ ਹਾਸਾ। ਮਤਲਬ ਇਸ ਤਰ੍ਹਾਂ ਦੇ ਲੈਵਲ ਦੇ ਕਰੂਅਲ, ਜ਼ਾਲਮਾਨਾ ਇਹ ਚੀਜ਼ਾਂ ਨੇ, ਜਿਹਨੂੰ ਅਸੀਂ ਲਗਾਤਾਰ ਹਰ ਵੇਲੇ ਹਰ ਥਾਂ ਦੇ ਉੱਤੇ, ਮੋਟੀ ਛੋਟੀ, ਕਾਲੀ ਮੋਟਾ ਛੋਟਾ ਕਾਲਾ, ਤੇ ਇਹ ਬੰਦਿਆਂ ਵਾਸਤੇ ਘੱਟ, ਲੇਕਿਨ ਇਹ ਵਰਤੇ ਜਾਂਦੇ ਨੇ ਚੀਜ਼ਾਂ, ਤੇ ਉਹਨਾਂ ਨੂੰ ਸਾਰੀ ਉਮਰ ਉਸ ਚੀਜ਼ ਦੇ ਬਦਲੇ ਤੰਗ ਹੋਣਾ ਪੈਂਦਾ ਹੈ। ਸਾਡਾ ਪੰਜਾਬ ਜੋ ਹੈ, ਇੱਥੇ ਕਿੰਨੀਆਂ ਜ਼ਿਆਦਾ ਨਸਲਾਂ ਨੇ, ਕਿੰਨੇ ਜ਼ਿਆਦਾ ਮਿਕਸਚਰ ਹੈ। ਸਾਡੇ ਕੋਲ ਕੋਈ ਨੈਣ ਨਕਸ਼ ਕਿਸੇ ਨਸਲ ਦਾ ਹੋ ਸਕਦਾ ਹੈ, ਕੋਈ ਨੈਣ ਨਕਸ਼ ਕਿਸੇ ਨਸਲ ਦਾ ਹੋ ਸਕਦਾ ਹੈ, ਪਰ ਸਾਡੇ ਆਖਣਗੇ ਵੀ ਜੇ ਅੱਖਾਂ ਵੱਡੀਆਂ ਹੋਣ ਤੇ ਪਤਾ ਨਹੀਂ ਅਫਰੀਕੀਆਂ ਵਾਂਗ, ਸ਼ਾਇਦ ਚੀਨੀਆਂ ਵਰਗੀਆਂ ਨਹੀਂ ਚਾਹੀਦੀਆਂ, ਤੇ ਵਗੈਰਾ ਵਗੈਰਾ। ਮਤਲਬ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ, ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਇੱਕ ਜਮਾਤ 'ਚ ਪੜ੍ਹਾਉਂਦੀ ਸੀ ਛੋਟੇ ਬੱਚਿਆਂ ਦੀ, ਥੋੜ੍ਹੇ ਚਿਰ ਜਾਂਦੀ ਸੀ ਡਰਾਮਾ ਸਿਖਾਉਣ ਵਾਸਤੇ, ਤੇ ਉੱਥੇ ਮੈਂ ਇੱਕ ਵਾਰੀ ਸਿਰਫ ਆਪਣੀ ਤਸੱਲੀ ਲਈ ਮੰਡੇਲਾ ਦੀ ਆਟੋਬਾਇਓਗ੍ਰਾਫੀ ਲੈ ਕੇ ਗਈ, ਤੇ ਸਿਰਫ ਉਹਦੇ ਪਹਿਲਾ ਸਫ਼ਾ ਹੀ ਦਿਖਾਇਆ ਜਿਹਦੇ ਉੱਤੇ ਮੰਡੇਲਾ ਦੀ ਸ਼ਕਲ ਸੀ। ਤੇ ਮੈਂ ਬੱਚਿਆਂ ਨੂੰ ਇਹ ਕਿਹਾ, ਜੋ ਕਿ 6ਵੀਂ 7ਵੀਂ 8ਵੀਂ ਤੱਕ ਸੀਗੇ, ਤੀਜੀ ਚੌਥੀ ਤੋਂ ਲੈ ਕੇ, ਕਿ ਇਹ ਇੱਕ ਰਾਜੇ, ਇਹ ਰਾਜਾ ਸੀ, ਇਹ ਰਾਜੇ ਦਾ ਪਰਿਵਾਰ 'ਚੋਂ। ਤੇ ਉਹ ਹੱਸਣ ਲੱਗ ਗਏ, ਰਾਜੇ ਵੀ ਕਾਲੇ, ਇੱਦਾਂ ਦੇ ਵੀ ਰਾਜੇ ਹੁੰਦੇ ਨੇ। ਸੋ ਮਤਲਬ ਇਹ ਕਿ ਅਸੀਂ ਕਿੰਨੇ ਜ਼ਿਆਦਾ ਸਾਡੇ 'ਚ ਤਵੱਸਬ ਹੁੰਦਾ ਹੈ। ਤੇ ਪੰਜਾਬ ਦੀ ਜੋ ਤਸਵੀਰ ਹੈ, ਕਦੀ ਮੈਨੂੰ ਯਾਦ ਹੈ ਕਿ ਸਾਈਨ ਬੋਰਡ ਦੇਖ ਰਹੀ ਹਾਂ, ਉੱਥੇ ਇੱਕ ਕਾਲੀ ਔਰਤ ਤੇ ਇੱਕ ਚਿੱਟੀ ਔਰਤ ਜਾਂ ਦਰਮਿਆਨ ਕਣਕ ਵੰਨੀ ਜੋ ਵੀ, ਉਹ ਇਕੱਠੀਆਂ ਨੱਚ ਰਹੀਆਂ, ਤੇ ਪੰਜਾਬ ਦਾ ਗਿੱਧਾ। ਲੇਕਿਨ ਹੁਣ ਤੁਸੀਂ ਕਦੀ ਕਾਲੀ ਔਰਤ ਦੇਖੋਗੇ ਨਹੀਂ। ਤਸਵੀਰਾਂ ਦੇ ਵਿੱਚ ਪੰਜਾਬ ਨੂੰ ਕਾਲਾ ਦਿਖਾਣਾ ਵੀ ਬਹੁਤ ਜ਼ਰੂਰੀ ਹੈ, ਤੇ ਸਿਰਫ ਇੱਕ ਤਰ੍ਹਾਂ ਦੇ ਫਿਲਮੀ ਹੀਰੋ, ਇੱਕ ਤਰ੍ਹਾਂ ਦੀ ਹੀਰੋਇਨ, ਇਹ ਸਾਰਾ ਕੁਝ ਜੋ ਹੈ ਇਹ ਬਹੁਤ ਧੱਕਾ ਹੈ। ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਂਦੀ ਹਾਂ। ਸਾਡੀ ਇੱਕ ਪੁਰਾਣੀ ਕੰਮ ਵਾਲੀ, ਕੋਈ ਬਹੁਤ, ਮੈਂ ਚੰਡੀਗੜ੍ਹ ਦੁਬਾਰਾ ਆਈ 30-40 ਸਾਲ ਬਾਅਦ ਮਿਲੀ, ਮੈਂ ਘਰ ਲੈ ਕੇ ਆਈ, ਉਹ ਨਾਲ ਬਿਠਾਇਆ, ਬੈਠੇ ਬੁੱਠੇ ਅਸੀਂ ਕਰ ਰਹੇ ਗੱਲਾਂ ਬਾਤਾਂ, ਤੇ ਸਾਡੇ ਘਰ ਇੱਕ ਔਰਤ ਕੰਮ ਕਰ ਰਹੀ ਸੀ, ਉਹਦਾ ਨਾਮ ਸੀ ਟਿੱਕੂ। ਟਿੱਕੂ ਜੋ ਹੈ ਉਹ ਬੰਗਲਾਦੇਸ਼ ਦੀ
ਮੁਸਲਮਾਨ ਸੀ ਤੇ ਲੁਕ ਲੱਗ ਕੇ ਰਹਿੰਦੀ ਹੋਣੀ ਹੈ, ਪਹਿਲਾਂ ਦੇ ਆਏ ਹੋਣੇ ਪਤਾ ਨਹੀਂ। ਲੇਕਿਨ ਜਦੋਂ ਇਹਨੂੰ ਜੋ ਔਰਤ ਸੀ, ਉਹਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਉਹਨੂੰ ਪਤਾ ਲੱਗਾ ਕਿ ਇਹ ਮੁਸਲਮਾਨ ਹੈ, ਤੇ ਉਹ ਉੱਚੀ ਹੋ ਕੇ ਬਹਿਣ ਲੱਗ ਪਈ। ਜਿਹੜੀ ਇਹ ਸੀਗੀ, ਇਹ ਗੁੱਗੇ ਮਤਲਬ ਕੋਈ ਪ੍ਰੀਸਟੈਸ, ਕੋਈ ਮਤਲਬ ਕਿ ਆਪਣੀ ਕੋਈ ਹਸਤੀ ਰੱਖਦੀ ਸੀ। ਗੁੱਗੇ ਦੇ ਮੇਲੇ ਤੇ ਰਾਜਸਥਾਨ ਜਾਣਾ, ਝੰਡਾ ਲੈਣਾ, ਉਹ ਸਾਰਾ ਕੁਝ ਉਹਦੀ ਇੱਕ ਹਸਤੀ ਸੀ, ਜੋ ਜਿਸ ਦਾ ਕੋਈ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਦਿਖਦੇ ਨਹੀਂ ਆ ਕਿ ਉਹਦੀ ਕੋਈ ਵੀ ਮਤਲਬ ਹਸਤੀ ਹੈ। ਲੇਕਿਨ ਉਸ ਨੂੰ ਵੀ ਬਹੁਤ ਜ਼ਿਆਦਾ ਕਿ ਇਹ ਤੇ ਅਰੇ ਵਹਾਂ ਰੱਖ ਦੇ, ਭਾਂਡਾ ਦਿਖਾਇਆ ਉਹਨੇ ਕੋਈ ਮਾਰ ਕੇ, ਤੇ ਉਹ ਵੀ ਇੱਕ ਮਤਲਬ ਉਸ ਦੀ ਕਿ ਹੈਂਕੜ ਦੇ ਨਾਲ ਬੋਲੀ। ਤੇ ਮੈਂ ਉਹਨੂੰ ਟਿੱਕੂ ਨੇ ਕਿਹਾ ਕਿ ਤੂੰ ਥੋੜੀ ਦੇਰ ਚੁੱਪ ਹੋ ਜਾ, ਕੋਈ ਗੱਲ ਨਹੀਂ, ਤੂੰ ਨੇ ਚੱਲੀ ਜਾਣਾ ਆਪਾਂ। ਸੋ ਇਸ ਤਰ੍ਹਾਂ ਦੀ ਗੱਲ। ਫਿਰ ਆਪਾਂ ਪੰਜਾਬ ਵਿੱਚ ਕੀ ਅਸੀਂ ਕਦੀ ਜੱਟ ਦੇ ਉੱਤੇ ਹੱਸਿਆ ਜਾਂਦਾ ਸੀ, ਜੱਟ ਬੂਟ ਇਹ ਉਹ ਹਰ ਚੀਜ਼ ਜੱਟ, ਝਟਕਾ ਬੋਲੀ, ਝਟਕਾ ਤਰੀਕਾ, ਜੇ ਪੰਜਾਬੀ ਕੋਈ ਬੋਲ ਰਿਹਾ ਹੈ ਤੇ ਝਟਕੇ ਤਰੀਕੇ ਨਾਲ ਨਾ ਬੋਲਦੇ, ਇਸ ਤਰ੍ਹਾਂ ਬੜੀ ਮਤਲਬ ਸ਼ਹਿਰੀ ਤਰੀਕੇ। ਸੋ ਉਹ ਜਿਹੜੀ ਚੀਜ਼ ਹੈ, ਉਹਦੇ ਵਾਸਤੇ ਜੱਟ ਬਿਰਾਦਰੀ ਨੇ ਸਾਰੀ ਨੇ ਕਾਫੀ ਹਿੰਮਤ ਵੀ ਕੀਤੀ ਹੈ, ਜਾਂ ਬੜੀ ਮਿਹਨਤ ਵੀ ਕੀਤੀ ਹੈ, ਆਪਣੀ ਪ੍ਰਾਈਡ ਨੂੰ ਇੱਕ ਉਹਨਾਂ ਨੇ ਸਾਹਮਣੇ ਲਿਆਂਦਾ। ਲੇਕਿਨ ਕੀ ਉਹ ਵੇਲਾ ਆ ਗਿਆ ਕਿ ਉਹ ਬਹੁਤ ਅੱਗੇ ਜਾ ਚੁੱਕੇ ਨੇ ਉਸ ਚੀਜ਼ ਦੇ ਵਿੱਚ, ਤੇ ਉਹ ਇੱਕ ਹਾਵੀ ਪੁਣਾ ਜੋ ਹੈ, ਉਹ ਜ਼ਮੀਨਾਂ ਜੋ ਉਹਨਾਂ ਨੂੰ ਮਾਂ ਵਾਂਗ ਸਨ, ਉਹ ਵੇਚ ਕੇ ਵੀ ਤੇ ਆਪਣੇ ਲਈ ਇੱਕ ਵੱਖਰੀ ਕਿਸਮ ਦੀ ਪੜ੍ਹਾਈ ਵਾਲੀ ਹਸਤੀ ਵੀ ਬਣਾਈ ਹੈ। ਉਹਦੇ ਨਾਲ ਨਾਲ ਹੀ ਬੜਾ ਕੁਝ ਹੋਰ ਆ ਗਿਆ ਜੋ ਨਹੀਂ ਸੀ ਆਉਣਾ ਚਾਹੀਦਾ, ਜਿਵੇਂ ਨਸ਼ੇ ਨੇ, ਜਾਂ ਮਤਲਬ ਕੋਈ ਆਪਣਾ ਕਲਚਰ ਛੱਡ ਕੇ, ਖੇਤੀਬਾੜੀ ਵੀ ਛੱਡ ਕੇ, ਹਰ ਚੀਜ਼ ਛੱਡ ਕੇ, ਤੇ ਆਪਾਂ ਜਾਣਦੇ ਹੀ ਹਾਂ, ਕੋਈ ਦੱਸਣ ਦੀ ਲੋੜ ਨਹੀਂ, ਧਰਮ ਤੇ ਵੀ ਹਾਵੀ ਹੋਣਾ, ਉਹਦੇ ਵਿੱਚ ਵੀ ਆਪਣੇ ਸਟੈਂਡਰਡਸ ਇਸ ਤਰ੍ਹਾਂ ਦੇ ਦੱਸਣੇ ਕਿ ਬਾਕੀ ਸਭ ਲੋਕ ਹੀਣੇ ਨੇ। ਤੇ ਕੀ ਇਹ ਚੀਜ਼ ਦੇਖਣ ਦਾ ਵੇਲਾ ਨਹੀਂ ਹੈ? ਕਾਲੇ ਨੂੰ ਫਿਲਮਾਂ 'ਚ ਅਸੀਂ ਦੇਖਦੇ ਹਾਂ ਗੰਦਾ, ਭੈੜਾ, ਗੁੰਡਾ, ਮੁਜਰਮ। ਜੋ ਹੀਰੋ ਹੈ ਉਹ ਗੋਰਾ, ਉਹਦੇ ਨੈਣ ਨਕਸ਼ ਤਿੱਖੇ, ਉਹ ਇਸ ਤਰ੍ਹਾਂ ਹੋਏਗਾ। ਉਲਟਾ ਬਹੁਤ ਘੱਟ, ਬਹੁਤ ਹੀ ਘੱਟ ਇਹ ਚੀਜ਼ ਸ਼ੁਰੂ ਹੋਈ ਹੈ ਜੋ ਮਤਲਬ ਕਿ ਅੱਜ ਕੱਲ੍ਹ ਦੇ ਸਿਨੇਮਾ 'ਚ। ਤੇ ਚੇਂਜ ਜੋ ਹੈ, ਜੋ ਤਬਦੀਲੀ ਹੈ, ਉਹਨੂੰ ਸਾਡਾ ਸਮਾਜ ਬਹੁਤ ਬੁਰੀ ਤਰ੍ਹਾਂ ਮਤਲਬ ਕਿ ਨਹੀਂ ਚਾਹੁੰਦਾ, ਤੇ ਬਹੁਤ ਸਾਨੂੰ ਤੰਗ ਕਰਦਾ ਹੈ ਕਿ ਕੁਝ ਵੀ ਤਬਦੀਲ ਨਹੀਂ ਹੋਣ ਦੇਣਾ ਚਾਹੁੰਦੇ। ਇੱਥੇ ਇੱਕ ਇੰਟਰਸਟਿੰਗ ਤੁਹਾਨੂੰ ਮੈਂ ਗੱਲ ਬੀਰਬਲ ਬਾਰੇ ਦੱਸਦੀ ਹਾਂ। ਅਸੀਂ ਤਾਂ ਬੀਰਬਲ ਨੂੰ ਅਕਬਰ ਦਾ ਹੀ ਜਾਣਦੇ ਹਾਂ ਕਿ ਉਹ ਬਹੁਤ ਮਖੌਲੀਆ, ਗੱਲ ਬੜੀ ਸੁਝਦੀ ਸੀ, ਫੁਰਦੀ ਸੀ, ਤੇ ਉਹ ਸਿਆਣਾ ਵੀ ਬੜਾ ਸੀ, ਇਹ ਉਹ। ਪਰ ਸਾਨੂੰ ਨਹੀਂ ਪਤਾ ਕਿ ਉਹ ਸਲਾਹਕਾਰ ਵੀ ਸੀ ਅਕਬਰ ਦਾ, ਤੇ ਉਹ ਉਹਦਾ ਮੁਖੀਆ ਵੀ ਸੀ ਸੈਨਾ ਦਾ। ਤੇ ਉਹ ਪਹਿਲਾਂ ਜਾਂ ਇੱਕੋ ਹਿੰਦੂ ਸੀ ਜਿਹਨੇ ਦੀਨ ਇਲਾਹੀ, ਜੋ ਅਕਬਰ ਨੇ ਧਰਮ ਚਲਾਇਆ, ਉਹ ਵੀ ਅਪਣਾਇਆ ਹੋਇਆ ਸੀ। ਤੇ ਜਦੋਂ ਉਹ ਰਾਜਾ ਬਣ ਕੇ ਮਤਲਬ ਕਿ ਪੇਸ਼ ਹੁੰਦਾ ਹੈ, ਤੇ ਉਹਨੇ ਇੱਕ ਕਰ ਲਗਾਇਆ ਤੇ ਵੀ ਸਾਰਿਆਂ ਨੇ ਇੱਕ ਇੱਕ ਰੁਪਈਆ ਦੇਣਾ ਜਾਂ ਕੁਛ। ਤੇ ਖੱਤਰੀ ਜੋ ਨੇ ਸੁਣਨ ਚ ਆਇਆ ਕਿ ਉਹ ਗੁਰੂ ਸਾਹਿਬ ਕੋਲ ਗਏ, ਸਿੱਖ ਗੁਰੂ ਕੋਲ, ਕਿ ਇਹ ਦੇਖੋ ਇਹ ਕੀ ਕਰ ਰਿਹਾ। ਉਸ ਵੇਲੇ ਬੀਰਬਲ ਕਿਸੇ ਜੰਗ 'ਚ ਗਿਆ ਹੋਇਆ ਸੀ, ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਵਾਪਿਸ ਹੀ ਨਹੀਂ ਆਏਗਾ। ਮਤਲਬ ਇਹ ਹੈ ਕਿ ਉਹ ਕਰ ਨਹੀਂ ਲਗਾਉਣਾ ਜੋ ਕਿ ਆਮ ਲੋਕਾਂ ਦੇ ਵਾਸਤੇ ਜਾਣਾ ਸੀਗਾ, ਤੇ ਉਹਨਾਂ ਨੂੰ ਕਹਿ ਤਾ ਕਿ ਇਹਨੇ ਵੈਸੇ ਵੀ ਵਾਪਿਸ ਨਹੀਂ ਆਉਣਾ। ਮਤਲਬ ਚੇਂਜ ਜੋ ਹੈ ਉਹ ਸਾਡੇ ਲਈ ਇੰਨੀ ਔਖੀ। ਹੁਣ ਮਦਰ ਟੰਗ, ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹਨਾ, ਉਹ ਤਸਵੀਰਾਂ ਦੇਖਣੀਆਂ ਜੋ ਤੁਹਾਡੇ ਕਲਚਰ ਲਈ, ਤੁਹਾਡੇ ਸੱਭਿਆਚਾਰ ਲਈ ਆਮ ਨੇ, ਇਹ ਸਾਰੀਆਂ ਚੀਜ਼ਾਂ ਅਸੀਂ ਸਾਹਮਣੇ, ਇਹ ਸਭ ਨਸਲ ਦੇ ਨਾਲ ਹੀ ਜੁੜਦੀਆਂ ਗੱਲਾਂ। ਮੈਂ ਆਪਣੀ ਗੱਲ ਨੂੰ ਤਕਰੀਬਨ ਮੁਕਾਉਣ ਵੱਲ ਜਾਂਦੀ ਹਾਂ। ਤੇ ਪ੍ਰੀਤਨਗਰ ਦੇ ਵਿੱਚ ਮੈਂ ਕ੍ਰਿਸਚਨਸ ਨੂੰ ਦੇਖਿਆ ਜੋ ਕਿ ਤੁਸੀਂ ਜਾਣਦੇ ਕਿ 3 ਜਾਂ 4 ਸਦੀਆਂ ਤੋਂ, 3 ਜਾਂ 4 ਪੀੜ੍ਹੀਆਂ ਤੋਂ ਈਸਾਈ ਬਣੇ ਹੋਏ ਨੇ, ਕਿਉਂਕਿ ਪ੍ਰੀਤਨਗਰ ਲਾਹੌਰ ਦੇ ਬਿਲਕੁਲ ਨਾਲ ਹੈ, ਤੇ ਲਾਹੌਰ ਬੜਾ ਕੇਂਦਰ ਸੀ ਮਿਸ਼ਨਰੀ ਕੰਮ ਦਾ। ਤੇ ਉੱਥੇ ਇਸ ਤਰ੍ਹਾਂ ਦੇ ਮਤਲਬ 3 ਪੀੜ੍ਹੀਆਂ 4 ਪੀੜ੍ਹੀਆਂ ਪਹਿਲਾਂ ਦੇ ਅਸੀਂ ਆਪ ਦੇਖੇ ਨੇ ਕ੍ਰਿਸਚਨਸ, ਉਹ ਵੀ ਦੇਖੇ ਨੇ ਜੋ ਪ੍ਰਸ਼ਾਦ ਨਹੀਂ ਫੜਨਗੇ ਕਿਉਂਕਿ ਉਹਨਾਂ ਨੂੰ ਉਹ ਨਹੀਂ ਫੜਨਾ ਚਾਹੁੰਦੇ, ਤੇ ਆਪਣੀ ਉਹਨਾਂ ਦੀ ਵੱਖਰੀ ਹਸਤੀ ਪੇਸ਼ ਕੀਤੀ ਤੇ ਦਿਖਾਈ। ਤੇ ਉਹਨਾਂ ਦੇ ਬੱਚੇ ਹੁਣ ਪ੍ਰਸ਼ਾਦ ਵੀ ਲੈ ਲੈਣਗੇ, ਉਹ ਸਿਕਿਉਰ ਨੇ, ਉਹ ਆਮ ਦੂਜਿਆਂ ਨਾਲ ਮਿਲ ਗਿਲ ਵੀ ਲੈਣਗੇ। ਤੇ ਲੇਕਿਨ ਉਹਨਾਂ ਨੂੰ ਉਹਨਾਂ ਦੇ ਧਾਰਮਿਕ ਸਮਾਜ ਨੇ, ਕ੍ਰਿਸਚਨ ਚਰਚਿਸ ਨੇ ਵੱਖਰਾ ਰੱਖਿਆ ਹੋਇਆ, ਇੱਕ ਤਰੀਕੇ ਨਾਲ ਸਾਂਭਿਆ ਵੀ ਹੋਇਆ। ਮੈਂ ਕਹਾਂਗੀ ਨੌਜਵਾਨ ਨੇ ਹਰ ਐਤਵਾਰ ਨੂੰ ਉੱਥੇ ਪੇਸ਼ ਹੋਣਾ, ਉਹਦੀ ਤਰੱਕੀ, ਉਹਦੀ ਚਾਲ ਚਲਨ, ਉਹਦਾ ਪਰਿਵਾਰ ਨਾਲ ਗੱਲਬਾਤ ਕੁਛ ਨਾ ਕੁਛ ਹੁੰਦੀ ਰਹੇਗੀ, ਤੇ ਉਹ ਇੱਕ ਅੱਖ ਥੱਲੇ ਰਹਿੰਦਾ। ਤੇ ਉਹ ਨੌਜਵਾਨ ਨੂੰ ਇੱਕ ਆਜ਼ਾਦੀ, ਇੱਕ ਬਰਾਬਰੀ, ਉਹ ਉੱਥੇ ਭਲਾਈ ਦਾ ਕੰਮ ਵੀ ਕਰਦਾ, ਵੋਲੰਟੀਅਰ ਵੀ ਕਰਦਾ, ਪੜ੍ਹਦਾ ਵੀ ਹੈ, ਤੇ ਸਾਫ ਸਫਾਈ ਦੇ ਨਾਲ ਪੇਸ਼ ਵੀ ਹੁੰਦਾ, ਕਲਚਰਲ ਪ੍ਰੋਗਰਾਮ ਵੀ ਕਰਦਾ। ਉਹ ਸਾਰੀ ਚੀਜ਼ ਸਾਹਮਣੇ ਆਉਂਦੀ ਹੈ, ਤੇ ਉਹਨੂੰ ਇੱਕ ਵੱਖਰੀ ਹਸਤੀ ਮਿਲਦੀ ਹੈ।
ਜਿਹਦੇ ਵਾਸਤੇ ਫਿਰ ਉਹ ਜਦੋਂ ਆਪਣੇ ਆਮ ਸਾਰੇ ਪਿੰਡ 'ਚ ਆਉਂਦਾ ਤੇ ਉਹ ਇੱਕ ਵੱਖਰੇ ਤਰੀਕੇ ਨਾਲ ਤੁਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸਨੂੰ ਬਰਾਬਰੀ ਨਾਲ ਦੇਖਿਆ ਜਾਵੇ। ਜੇ ਉਹ ਇੱਕ ਦਲਿਤ ਤਬਕੇ ਤੋਂ ਬਣਿਆ ਹੋਏ ਈਸਾਈ ਬਣੇ ਹੋਏ ਨੇ ਤੇ ਉਹ ਤੁਹਾਡੇ ਨਾਲ ਆ ਕੇ ਇੱਕ ਬਰਾਬਰ ਤਰੀਕੇ ਜਦੋਂ ਗੱਲ ਕਰਦਾ ਤੇ ਤੁਸੀਂ ਲੋਕ ਜੇ ਉਹਨੂੰ ਕਹੋ ਕਿ ਲੈ ਵੀ ਇਹਦੇ ਤੇ ਬੜੇ ਖੰਭ ਕੱਢੇ ਨੇ ਤੇ ਉਹ ਕਿਉਂ ਉਹ ਤੁਹਾਡੇ ਨਾਲ ਮਿਲੇ ਵਰਤੇ, ਕਿਉਂ ਤੁਹਾਡੇ ਨਾਲ ਗੱਲ ਕਰੇ ਜਦੋਂ ਉਹਦੇ ਨਾਲ ਤੁਸੀਂ ਬਰਾਬਰੀ ਨਾਲ ਕਹਿਣੀ ਸਰ ਹੋਰ ਬਈ ਕੀ ਹਾਲ ਹੈ, ਇਹ ਵੀ ਨਹੀਂ ਪੁੱਛ ਸਕਦਾ। ਉਹੀ ਹੈਲੋ ਵਾਲੀ ਗੱਲ। ਸੋ ਇਹ ਜੋ ਇਹਨਾਂ ਨੌਜਵਾਨਾਂ ਦੇ ਨਾਲ ਮੈਂ ਇੱਕ ਨਾਟਕ ਦਾ ਗਰੁੱਪ ਬਣਾਇਆ ਤੇ ਇਸੇ ਲਈ ਕਿ ਇਹ ਆਪਣੇ ਆਪ ਨੂੰ ਪ੍ਰਗਟ ਕਰ ਸਕਣ ਤੇ ਉਹਦੇ ਰਾਹੀਂ ਮੈਂ ਇਹਨਾਂ ਤੇ ਕੰਮ ਵੀ ਕਰ ਸਕਾਂ ਤੇ ਇਹਨਾਂ ਨੂੰ ਸਮਝ ਵੀ ਸਕਾਂ, ਇਹਨਾਂ ਤੋਂ ਸਿੱਖ ਵੀ ਸਕਾਂ ਤੇ ਅਸੀਂ ਇੱਕ ਲੈ ਦੇ ਕਰ ਸਕੀਏ। ਤੇ ਇਹ ਮੁੰਡਿਆਂ ਨੂੰ ਜੋ ਪੰਜਾਬ ਪਿੰਡਾਂ 'ਚ ਅੱਜ ਕੱਲ੍ਹ ਜੋ ਪੌਪ ਕਲਚਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਹੀਰੋ ਹੀ ਹਰ ਕੋਈ ਸਮਝਦਾ ਹੈ ਤੇ ਕੁੜੀਆਂ ਤਾਂ ਖੈਰ ਦਿਖਦੀਆਂ ਹੀ ਨਹੀਂ ਹੈਗੀਆਂ ਸੜਕ ਗਲੀ ਤੇ ਜਾਂ ਕਿਤੇ, ਤੇ ਮੁੰਡੇ ਆਪਣੇ ਆਪ ਨੂੰ ਹੀਰੋ ਸਮਝਦੇ ਨੇ, ਕੰਮ ਨਹੀਂ ਕਰਨਾ ਚਾਹੁੰਦੇ ਤੇ ਪੜ੍ਹਨਾ ਵੀ ਨਹੀਂ ਚਾਹੁੰਦੇ, ਪੜ੍ਹਨ ਦੇ ਕੋਈ ਹਾਲਾਤ ਹੁੰਦੇ ਵੀ ਨਹੀਂ ਖਾਸ। ਤੇ ਉਹ ਬੰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਪਲੰਬਰ ਬਣ ਸਕਦੇ ਹਾਂ, ਮਕੈਨਿਕ ਬਣ ਸਕਦੇ ਹਾਂ ਤੇ ਟਾਈਪਿਸਟ ਬਣ ਸਕਦੇ ਹਾਂ ਤੇ ਬਿਜਲੀ ਠੀਕ ਕਰਨ ਵਾਲੇ ਬਣ ਸਕਦੇ ਹਾਂ, ਤੇ ਉਹ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਵਾਂ ਨੇ ਮਤਲਬ ਰਾਜਕੁਮਾਰਾਂ ਵਾਂਗ ਪਾਲਿਆ ਕਿ ਉਹ ਅਸੀਂ ਤੁਹਾਡੇ ਵਾਸਤੇ ਪੋਚਾ ਝਾੜੂ ਵੀ ਕਰਾਵਾਂਗੇ, ਤੁਸੀਂ ਪੜ੍ਹੋ ਤੇ ਤੁਸੀਂ ਕੁਝ ਨਹੀਂ ਕਰਨਾ। ਸੋ ਉਸ ਕਿਸਮ ਦੇ ਨੌਜਵਾਨਾਂ ਨੂੰ ਇਕੱਠੇ ਕਰਕੇ ਕੰਮ ਦੀ ਮਤਲਬ ਮਿਹਨਤ ਕੀ ਹੈ, ਮਿਹਨਤ ਨਾਲ ਫਰਕ ਕੀ ਪਏਗਾ, ਤੁਸੀਂ ਆਪਣੇ ਆਪ ਤੇ ਕੰਮ ਕਰਨਾ, ਆਪਣੀ ਪਰਸਨੈਲਿਟੀ ਨੂੰ ਕਿੱਦਾਂ ਠੀਕ ਕਰਨਾ ਹੈ, ਆਪਾਂ ਕਰੀਏ ਯੋਗ, ਆਪਣੇ ਆਪ ਨੂੰ ਬਣਾਈਏ ਜ਼ਮਾਨੇ ਦੇ। ਤੇ ਉਸ ਚੀਜ਼ ਦੇ ਵੇਲੇ ਅਸੀਂ ਕਰ ਰਹੇ ਹਾਂ ਤੇ ਕੋਈ ਉਹਨਾਂ ਨੂੰ ਕਹਿ ਦੇਵੇ ਜਦੋਂ ਰਾਜਿਆਂ ਦੀ ਐਕਟਿੰਗ ਕਰ ਰਹੇ ਨੇ ਜਾਂ ਕੋਈ ਅੰਦਰ ਜਾ ਰਹੇ ਨੇ ਸਟੇਜ ਦੇ ਵੱਲ, ਕੋਈ ਕਹਿ ਦੇਵੇ ਲਓ ਜੀ ਵੱਡੇ ਵੱਡੇ ਬੰਦੇ ਆ ਰਹੇ ਤੇ ਉਹ ਇੱਕ ਸੰਗ ਕੇ ਦੁਬਾਰਾ ਜਿੰਨੀ ਉਹ ਮਿਹਨਤ ਉਹਨਾਂ ਤੇ ਹੋਈ ਹੋਵੇ, 4 ਮਹੀਨੇ ਹੋਈ ਹੋਵੇ, ਸਾਲ ਹੋਈ ਹੋਵੇ, ਉਹ ਸੰਗ ਉਹਨਾਂ ਨੂੰ ਫਿਰ ਤੋਂ ਦਬੋਚ ਦੇਗੀ। ਉਹਨਾਂ ਨੇ ਫਿਰ ਤੋਂ ਇੱਕ ਵਾਰੀ ਉੱਪਰ ਉੱਠਣਾ ਤੇ ਸੋਚਣਾ ਕਿ ਕੀ ਅਸੀਂ ਇਹ ਸਾਰਾ ਕੁਝ ਕਰੀਏ ਵੀ ਕਿ ਨਾ ਕਰੀਏ। ਕਿ ਸੋ ਇਸ ਤਰ੍ਹਾਂ ਦੀ ਗੱਲ। ਮੋਹਨ ਲਾਲ ਫਿਲੌਰੀਆ ਨੇ ਇੱਕ ਲੇਖਕ ਪੰਜਾਬੀ ਦੇ ਸੁਣਿਆ ਹੀ ਹੋਏਗਾ ਤੇ ਉਹਨਾਂ ਨੇ ਆਪਣੇ ਜ਼ਾਤ ਨੂੰ, ਆਪਣੀ ਤਕਲੀਫ ਨੂੰ ਕਬੂਲਣ ਵਾਲੇ ਤੇ ਉਹਦੇ ਬਾਰੇ ਲਿਖਣ ਵਾਲੇ, ਉਹਦੇ ਬਾਰੇ ਕਹਾਣੀਆਂ ਲਿਖਣ ਵਾਲੇ ਕੰਮ ਕੀਤਾ ਹੈ ਤੇ ਬੈਂਕ ਦੇ ਵਿੱਚ ਆਫਿਸਰ ਨੇ ਵੱਡੇ ਰਹੇ ਨੇ। ਤੇ ਉਹ ਚੀਜ਼ਾਂ ਜੋ ਨੇ ਅਸੀਂ ਕਿਸ ਤਰ੍ਹਾਂ ਅੱਗੇ ਪ੍ਰਚਾਰੀਏ ਤਾਂ ਕਿ ਹੋਰ ਲੋਕ ਜੋ ਉਹਨਾਂ ਦੇ ਰਾਹੀਂ ਮਹਿਸੂਸ ਕਰ ਸਕਦੇ ਨੇ। ਫੋਰ ਐਗਜ਼ਾਮਪਲ ਜੇ ਮਾਂ ਆਪਣੇ ਬੱਚਿਆਂ ਦੇ ਨਾਲ ਜਾ ਰਹੀ ਹੈ, ਜ਼ਮਾਨਾ ਪੁਰਾਣਾ ਹੈ ਤੇ ਇੱਕ ਖੂਹ ਤੇ ਪਾਣੀ ਨਹੀਂ ਇੱਥੇ ਨਹੀਂ ਪੀ ਸਕਦੇ, ਇਹ ਖੂਹ ਨਹੀਂ ਸਾਡੇ ਤੇ ਵਾਸਤੇ, ਅੱਗੇ ਜਾ ਕੇ ਪੀਵਾਂਗੇ ਤੇ ਵਗੈਰਾ। ਸੋ ਉਸ ਤਰ੍ਹਾਂ ਦਾ ਇੱਕ ਜਿਹੜੀ ਮਾਂ ਨੂੰ ਉਸ ਬੰਦੇ ਨੂੰ ਸੁਪਨੇ 'ਚ ਆਉਂਦੀ ਹੈ, ਮਰੀ ਹੋਈ ਮਾਂ, ਤੇ ਜਦੋਂ ਸੁਪਨੇ 'ਚ ਆਉਂਦੀ ਹੈ ਉਹ ਕਹਿੰਦੀ ਹੈ ਕਿ ਹਾਲੇ ਘਰ 'ਚ ਫਰਿੱਜ ਹੈ, ਸਭ ਕੁਝ ਹੈ, ਪਿਆਸ ਲੱਗੀ ਹੈ, ਪਿਆਸ ਲੱਗੀ। ਉਹ ਬੰਦੇ ਨੂੰ ਇਹੀ ਗੱਲ ਆਈ ਜਾਂਦੀ ਹੈ। ਸੋ ਉਹ ਜਿਹੜੇ ਸੱਲ ਨੇ ਉਹ ਕਿਸ ਤਰ੍ਹਾਂ ਦੇ। ਤੇ ਮੇਰਾ ਇਹ ਸਾਰਾ ਨੁਕਤਾ ਹੈ ਕਿ ਲੈਫਟ ਨੂੰ ਵੀ ਇੱਕ ਸੈੱਲ ਬਣਾਉਣਾ ਚਾਹੀਦਾ ਹੈ ਜੋ ਦਲਿਤ ਦਰਦ ਨੂੰ ਮਹਿਸੂਸ ਕਰਕੇ ਕੀ ਹੈਗਾ ਉਹ ਸਮਝੇ ਤੇ ਅੱਗੇ ਕਰੇ ਤੇ ਉਹਦੇ ਵਾਸਤੇ ਕੋਈ ਤਰੀਕੇ ਬਣਾਏ, ਰਾਹ ਬਣਾਏ, ਨਾਲੀਆਂ ਪ੍ਰਣਾਲੀਆਂ ਬਣਾਏ ਕਿ ਕਿਸ ਤਰ੍ਹਾਂ ਉਹ ਅੱਗੇ ਆਉਣ। ਇਹ ਸਵਾਲ ਅਮਰੀਕਾ 'ਚ ਵੀ ਆਇਆ ਕਿ ਕੀ ਜੇ ਸਾਰੇ ਵਰਕਰ ਨੇ ਤਾਂ ਇਹਨਾਂ ਨੂੰ ਬਲੈਕ, ਲੈਟੀਨੋ, ਇੰਡੀਅਨ, ਇੰਡੋ ਅਮਰੀਕਨ ਵਗੈਰਾ ਕਹਿਣ ਦੀ ਲੋੜ ਹੈ? ਕੀ ਇਹਦੇ ਨਾਲ ਸਾਰੀ ਮੂਵਮੈਂਟ ਦੀ ਤਾਕਤ ਨਹੀਂ ਘਟ ਜਾਂਦੀ? ਤੇ ਜਵਾਬ ਇਹ ਆਇਆ ਕਿ ਜਦੋਂ ਸਾਰੀ ਮੂਵਮੈਂਟ ਨੇ ਇਕੱਠੀ ਪੇਸ਼ ਹੋਣਾ ਹੈ, ਇਕੱਠੀ ਪੇਸ਼ ਹੋਏਗੀ, ਲੇਕਿਨ ਉਹਦੇ ਥੱਲੇ ਡਾਇਨਾਮਿਕ ਯਾਨੀ ਕਿ ਪੂਰੇ ਦਮ ਦੇ ਨਾਲ ਕੰਮ ਕਰ ਰਹੇ ਗਰੁੱਪ ਵੀ ਹੋਣ ਜੋ ਆਪਣੇ ਉੱਤੇ ਵੀ ਕੰਮ ਕਰ ਰਹੇ ਹੋਣ ਕਿ ਅਸੀਂ ਜੋ ਇਹਦਾ ਅੰਗ ਹਾਂ, ਅਸੀਂ ਕਿਸ ਤਰ੍ਹਾਂ ਆਪਣੇ ਆਪ ਬਾਰੇ ਮਹਿਸੂਸ ਕਰਦੇ ਕੀ ਇਹ ਇਸ ਚੀਜ਼ ਨੂੰ ਜਦੋਂ ਅਸੀਂ ਦੁਬਾਰਾ ਦੇਖਦੇ ਹਾਂ ਤਾਂ ਕੀ ਇਹ ਰਿਵੀਜ਼ਨਿਜ਼ਮ ਹੈ, ਸੋਧਵਾਦ ਜਿਹਨੂੰ ਕਹਿੰਦੇ ਕਿ ਦੁਬਾਰਾ ਹਿਸਟਰੀ ਨੂੰ ਲਿਖਣ ਵਾਲੀ ਗੱਲ ਹੈ? ਇਹ ਸਾਰਾ ਕੁਝ ਦੇਖਣ ਵਾਲਾ ਕਿਉਂਕਿ ਕੁਝ ਮਿਸ ਹੋਇਆ ਹੈ, ਕੁਝ ਪਤਾ ਨਹੀਂ ਲੱਗ ਰਿਹਾ ਕੀ ਹੋਇਆ। ਜੋ ਅਸੀਂ ਜ਼ਮਾਨਾ ਹੁਣੇ ਪਿੱਛੇ ਦੇਖਿਆ ਕਿ ਕੋਵਿਡ-19 ਵਾਲੀ ਗੱਲ ਆਈ ਹੈ ਤੇ ਕਿਸ ਤਰ੍ਹਾਂ ਮਜ਼ਦੂਰ ਕਿੰਨਾ ਕਿੰਨਾ ਤੁਰ ਕੇ ਕਿੰਨੀ ਕਿੰਨੀ ਦੂਰ ਗਏ ਤੇ ਕੀ ਉਹਨਾਂ ਕੋਲ ਯੂਨੀਅਨਾਂ ਨਹੀਂ ਸਨ, ਕੀ ਉਹ ਬਾਜ਼ਾਰਾਂ 'ਚ ਖੜੇ ਹੋ ਕੇ ਨਹੀਂ ਸਨ ਮੰਗ ਸਕਦੇ ਆਪਣੇ ਲਈ ਕੁਝ, ਇਕੱਠੇ ਹੋ ਕੇ ਕਿਉਂ ਉਹ ਇਕੱਲੇ ਪੈ ਗਏ ਸਨ? ਕਈ ਕੁਝ ਹੈ ਸੋਚਣ ਵਾਲਾ ਕਿ ਉਹ ਤੁਹਾਡੇ ਜਾਂ ਸਾਡੇ ਨਾਲ ਸਾਡੇ ਥੱਲੇ ਮਹਿਫੂਜ਼ ਕਿਉਂ ਨਹੀਂ ਸੀ ਮਹਿਸੂਸ ਕਰ ਰਹੇ। ਸਗੋਂ ਨਸ਼ਾ ਜੋ ਇੱਕ ਬਹੁਤ ਵੱਡਾ ਮਸਲਾ ਹੈ, ਇਹਦੇ ਬਾਰੇ ਵੀ ਯੂਥ ਦੇ ਵਿੱਚ ਬਕਾਇਦਾ, ਕਿਉਂਕਿ ਨਸ਼ੇ ਦਾ ਸੰਬੰਧ ਸਿਰਫ ਸਮਾਜਿਕ ਵੀ ਹੈ, ਮਾਨਸਿਕ ਵੀ ਹੈ, ਕਈ ਕੁਝ ਹੈ। ਤੇ ਇਹ ਸਾਰੀਆਂ ਚੀਜ਼ਾਂ ਮੈਂਟਲ ਇਲਨੈਸ ਜੋ ਹੈ ਇਹਨਾਂ ਦੇ ਬਾਰੇ ਨਿੱਕੇ ਨਿੱਕੇ ਸੈੱਲ ਹੋਣ, ਇਹਨਾਂ ਨੂੰ ਕਬੂਲਿਆ ਜਾਵੇ, ਨਾਲ ਜੋੜਿਆ ਜਾਵੇ ਤੇ ਇਹ ਗੱਲਾਂ ਹੋਣ। ਮੈਂ ਆਪਣੀ ਜਿੱਥੋਂ ਹੈ ਅਖੀਰਲੇ ਸਫ਼ੇ ਤੇ ਆ ਗਈ ਹਾਂ, ਨਲਕਾ।
ਇੱਕ ਨਲਕਾ ਅਸੀਂ ਇਸੇ ਕਲੋਨੀ 'ਚ ਲਾਉਣ ਗਏ ਇੱਕ ਵਾਰੀ, ਹੋ ਗਏ ਨੇ ਕਾਫੀ ਸਾਲ। ਤੇ ਅਸੀਂ ਕੁਝ ਚੰਗੇ ਇੱਦਾਂ ਦੇ ਵੋਲੰਟੀਅਰ ਜੇ ਬਣ ਕੇ ਉੱਥੇ ਇੱਕ ਸਲਮ ਦੇ ਵਿੱਚ ਲਗਾਉਣ ਗਏ। ਤੇ ਸਲਮ ਵਾਲੇ ਸਾਡੇ ਕੋਲ ਆਏ ਤੇ ਉਹ ਕਹਿੰਦੇ ਤੁਸੀਂ ਕਿਹੜੀ ਪਾਰਟੀ ਤੋਂ? ਤੇ ਅਸੀਂ ਉਸ ਵੇਲੇ ਕਿਸੇ ਪਾਰਟੀ ਵੱਲੋਂ ਨਹੀਂ ਸੀ ਗਏ। ਤੇ ਅਸੀਂ ਕਿਹਾ, ਕਹਿੰਦੇ ਨਹੀਂ ਜੀ ਅਸੀਂ ਤੁਹਾਨੂੰ ਨਹੀਂ ਲਾਉਣ ਦੇਣਾ, ਅਸੀਂ ਫਲਾਨੀ ਪਾਰਟੀ ਤੋਂ ਹੀ ਨਲਕਾ ਲਵਾਉਣਾ। ਸੋ ਉਹਨਾਂ ਦੀ ਵਫਾਦਾਰੀ ਸੀ, ਉਹ ਉਹਨਾਂ ਦੀ ਫਾਈਟ ਸੀ, ਕੁਝ ਵੀ ਕਹਿ ਸਕਦੇ ਹੋ। ਲੇਕਿਨ ਇਸ ਤਰ੍ਹਾਂ ਦੇ ਮਸਲੇ ਕੀ ਅਸੀਂ ਜੋ ਅੱਜ ਕੰਮ ਹੈ, ਜੋ ਅੱਜ ਕਰ ਸਕਦੇ ਹਾਂ, ਉਹ ਕਰੀਏ ਕਿ ਨਾ ਕਰੀਏ, ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਚੱਲ ਸਕਦੇ ਹਾਂ। ਇੱਥੇ ਮੈਂ ਲੈਨਿਨ ਦੀ ਇੱਕ ਗੱਲ ਕੋਟ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ, ਇਹ ਮਤਲਬ ਲਿਖਿਆ ਹੋਇਆ ਹੈਗਾ, ਆਂਦਾ ਹੈਗਾ 1920 ਤੋਂ, ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੇ ਵਰਗੇ ਦੇਸ਼ ਨੇ, ਇੰਡੀਆ ਵਰਗੇ, ਜੋ ਇਹਨਾਂ ਦੇ ਵਿੱਚ ਕੌਮੀ ਲਹਿਰਾਂ ਚੱਲ ਰਹੀਆਂ ਨੇ ਆਜ਼ਾਦੀ ਦੀਆਂ, ਇਹ ਵੀ ਬੜੀਆਂ ਕੀਮਤੀ ਨੇ। ਇਹਨਾਂ ਨੂੰ ਸਪੋਰਟ ਕਰੋ, ਇਹਨਾਂ ਨੂੰ ਵੈਲਿਊ ਕਰੋ। ਇਹਦੇ ਬਾਰੇ ਵਿਚਾਰ ਵੱਖਰੇ ਵੱਖਰੇ ਸਨ। ਤੇ ਹੁਣੇ ਹੀ ਮੈਂ ਪੜ੍ਹ ਰਹੀ ਸੀ ਕਿ ਹੋਚੀ ਮਿਨ ਨੂੰ ਇਹ ਗੱਲ ਬਹੁਤ ਪਸੰਦ ਆਈ ਤੇ ਹੋਚੀ ਮਿਨ ਨੇ ਉਸ ਤਰੀਕੇ ਨਾਲ ਚੱਲੇ, ਜਦ ਕਿ ਐਮ ਐਨ ਰॉय ਜੋ ਸਨ ਉਹ ਇਸ ਚੀਜ਼ ਦੇ ਉਲਟ ਸਨ। ਯਾਨੀ ਕਿ ਉਹਨਾਂ ਨੇ, ਲੈਨਿਨ ਨੇ ਇੱਕ ਤਰੀਕੇ ਦੇ ਨਾਲ ਜੋ ਲੀਡਰ ਸਨ ਨੈਸ਼ਨਲ ਮੂਵਮੈਂਟ ਦੇ, ਉਹਨਾਂ ਦੀ ਕਦਰ ਪਾਉਣ ਲਈ, ਉਹਨਾਂ ਨੂੰ ਮਦਦ ਕਰਨ ਦੀ ਗੱਲ ਕੀਤੀ ਹੋਵੇ। ਮੈਂ ਸੋਚਦੀ ਹਾਂ ਕਿ ਉਸ ਚੀਜ਼ ਦੇ ਨਾਲ ਚੱਲਦੇ ਤਾਂ, ਜਿੱਦਾਂ ਇਪਟਾ ਕਿਸੇ ਵੇਲੇ ਬਹੁਤ ਜ਼ਿਆਦਾ ਮਸ਼ਹੂਰ ਸੀ, ਜੇ ਕੋਈ ਕਾਲ ਪਿਆ ਹੈ, ਅਕਾਲ ਪਿਆ ਹੈ ਤੇ ਉੱਥੇ ਇਪਟਾ ਜਾਂਦੀ ਸੀ, ਜੇ ਕੋਈ ਭੁਚਾਲ ਆਇਆ ਤੇ ਉੱਥੇ ਇਪਟਾ ਜਾਂਦੀ ਸੀ। ਤੇ ਹਰ ਇੱਕ ਨੂੰ ਆਸ ਸੀ ਕਿ ਜੋ ਲੈਫਟ ਹੈ ਉਹ ਨਾਲ ਖੜੇਗਾ ਇਸ ਵੇਲੇ ਦੀ ਲੋੜ ਦੇ, ਤੇ ਹੱਲ ਕਰੇਗਾ ਸਾਡੇ ਮਸਲੇ। ਖਾਸ ਕਰ ਜਦੋਂ ਅਸੀਂ ਨੌਜਵਾਨ ਸੀ ਤੇ ਸਾਡੇ ਕੋਲ ਤਾਕਤ ਸੀ, ਅਸੀਂ ਉਸੇ ਵੇਲੇ ਕੁਝ ਕਰਨਾ ਚਾਹੁੰਦੇ ਸੀ, ਜਿਵੇਂ ਕੋਈ ਨਾਲੀ ਪੁੱਟਣਾ ਜਾਂ ਕੋਈ ਘਾਹ ਕੱਢਣਾ, ਅਸੀਂ ਇਹ ਕਰ ਸਕਦੇ ਸੀ। ਅਸੀਂ ਬਹਿ ਕੇ ਅਗਲੀ ਮੀਟਿੰਗ ਦੀ ਇੰਤਜ਼ਾਰ ਨਹੀਂ ਸੀ ਕਰਨਾ ਚਾਹੁੰਦੇ, ਅਗਲੀ ਕਾਨਫਰੰਸ ਦੀ ਇੰਤਜ਼ਾਰ ਨਹੀਂ ਸੀ ਕਰਨਾ ਚਾਹੁੰਦੇ। ਸਾਡੇ ਕੋਲ ਤਾਕਤ ਸੀ ਜਿਹੜੀ ਕਿ ਹੋਰ ਵਰਤੀ ਜਾਣੀ ਚਾਹੀਦੀ ਹੈ। ਸੋ ਇਹ ਸਾਰੀ ਗੱਲ ਜੋ ਹੈ ਰੇਸ ਦੀ, ਕ੍ਰਿਟੀਕਲ ਰੇਸ ਥਿਓਰੀ ਦੀ, ਇਹ ਇੱਕ ਮੁੜ ਉਸਾਰੀ ਦੀ ਗੱਲ ਹੈ, ਸੁਚੇਤ ਹੋ ਕੇ ਰਲ ਮਿਲ ਜਾਣ ਦੀ ਗੱਲ ਹੈ। ਕਿਉਂਕਿ ਜੋ ਉਹਨਾਂ ਦਾ ਨਾਰਾ ਹੈ ਅਮਰੀਕਾ ਤੋਂ ਸਾਨੂੰ ਮਿਲਿਆ, ਬਲੈਕ ਲਾਈਵਸ ਮੈਟਰ, ਇਹ ਜ਼ਿੰਦਗੀਆਂ ਵੀ, ਇਹਨਾਂ ਦਾ ਕੋਈ, ਇਹਨਾਂ ਦੀ ਕੀਮਤ ਹੈ, ਇਹਨਾਂ ਦਾ ਵੀ ਕੋਈ ਮੁੱਲ ਹੈ, ਇਹ ਕੋਈ ਐਵੇਂ ਨਹੀਂ ਹੈਗੀਆਂ। ਇਹਦੇ ਨਾਲ ਮੈਂ ਆਪਣਾ ਲੈਕਚਰ ਖਤਮ ਕਰਦੀ ਹਾਂ ਤੇ ਆਸ ਹੈ ਤੁਹਾਨੂੰ ਚੰਗਾ ਲੱਗਿਆ ਹੋਏਗਾ। ਕੋਈ ਤੁਹਾਡੇ ਵਿਚਾਰ ਹੋਣ, ਕੋਈ ਸਵਾਲ ਹੋਣ ਤਾਂ ਤੁਸੀਂ ਗੱਲ ਕਰ ਸਕਦੇ। ਮੈਂ ਇੱਧਰ ਵੇਖ ਰਹੀ ਹਾਂ। ਮੈਂ ਤੁਹਾਡਾ ਸਭ ਦਾ AISF ਪੰਜਾਬ ਦਾ ਇੱਕ ਵਾਰੀ ਫਿਰ ਬਹੁਤ ਧੰਨਵਾਦ ਕਰਦੀ ਹਾਂ, ਜਿਹਦੇ ਰਾਹੀਂ ਮੈਂ ਵੀ ਬਹੁਤ ਕੰਮ ਕੀਤਾ ਚੰਡੀਗੜ੍ਹ ਦੇ ਵਿੱਚ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਵਿੱਚ। ਅਤੇ ਅਸੀਂ, ਸਾਡੇ ਜੋ ਵੇਲੇ ਅਸੀਂ ਲੋਕ ਸੀ, ਅਸੀਂ ਰੀਵੈਲਿਊਏਸ਼ਨ ਸ਼ੁਰੂ ਕਰਾਈ ਸੀ, ਜੋ ਬੜੀ ਉਦੋਂ ਅਜੀਬ ਲੱਗਦੀ ਸੀ। ਸਾਨੂੰ ਕਿਹਾ ਜਾਂਦਾ ਸੀ ਕਿ ਤੁਹਾਨੂੰ ਟੀਚਰਾਂ ਦੇ ਉੱਤੇ ਇਤਬਾਰ ਨਹੀਂ ਹੈ, ਟੀਚਰ ਜੋ ਨੇ ਉਹ ਗਲਤ ਨੰਬਰ ਦੇਣਗੇ, ਟੀਚਰ ਗੁਰੂ ਹੁੰਦਾ। ਸੋ ਇਸ ਤਰ੍ਹਾਂ ਦੀ ਚੀਜ਼ ਨਾਲ ਅਸੀਂ ਉਸ ਵੇਲੇ ਸਾਨੂੰ ਲੜਾਈ ਕਰਨੀ ਪਈ ਸੀ ਅਤੇ ਰੀਵੈਲਿਊਏਸ਼ਨ ਸਾਡੇ ਸਾਹਮਣੇ ਆਈ ਸੀ। ਮੈਂ ਤੁਹਾਨੂੰ ਸਭ ਨੂੰ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਦਿੰਦੀ ਹਾਂ। ਆਸ ਹੈ ਅੱਗੋਂ ਵੀ ਆਪਾਂ ਗੱਲ ਕਰਦੇ ਰਹਾਂਗੇ।